ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਮੁਕੰਮਲ ਕਦੋਂ ਹੋਏਗੀ ਤੇ ਕਦੋਂ ਦੋਸ਼ੀ ਸਲਾਖਾਂ ਪਿੱਛੇ ਪਹੁੰਚਣਗੇ, ਇਸ ਦਾ ਇੰਤਜ਼ਾਰ ਸਾਰਾ ਪੰਜਾਬ ਕਰ ਰਿਹਾ ਹੈ। ਕੈਪਟਨ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਜਾਂਚ ਜਲਦੀ ਮੁਕੰਮਲ ਹੋਣ ਦੀ ਆਸ ਸੀਗੀ, ਪਰ ਅਜੇ ਤੱਕ ਵੀ ਜਾਂਚ ਪੂਰੀ ਨਹੀਂ ਹੋਈ। ਸਰਕਾਰ ਵੱਲੋਂ ਬਣਾਈ ਹੋਈ ਐਸਆਈਟੀ ਜਾਂਚ ਕਰ ਰਹੀ ਹੈ। ਹਾਲਾਂਕਿ ਦੋਸ਼ੀਆਂ ਨੂੰ ਲੈ ਕੇ ਬਹੁਤੇ ਸਵਾਲ ਇਹਨਾਂ ਦਿਨਾਂ ਦੇ ਵਿੱਚ ਆਮ ਲੋਕਾਂ ਵੱਲੋਂ ਨਹੀਂ ਪੁੱਛੇ ਜਾ ਰਹੇ, ਪਰ ਕਾਂਗਰਸ ਦੇ ਹੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ YouTube ਚੈਨਲ ਤੇ ਇੱਕ ਵੀਡੀਓ ਅਪਲੋਡ ਕੀਤਾ ਗਿਆ ਹੈ, ਜਿਸ ਦੇ ਵਿੱਚ ਜੋ ਸਰਕਾਰ ਨੂੰ ਸਵਾਲ ਕੀਤਾ ਗਿਆ ਹੈ ਬੇਅਦਬੀ ਦੇ ਮੁੱਦੇ ਨੂੰ ਲੈ ਕੇ, ਉਸਨੇ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਹੈ। 14 ਮਿੰਟ ਦੇ ਇਸ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 2019 ਦੇ ਵਿੱਚ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਨਵਜੋਤ ਸਿੱਧੂ ਨੇ ਝੋਲੀ ਅੱਡ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਮੌਕੇ ਦੀ ਸਰਕਾਰ ਤੋਂ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਇਨਸਾਫ ਦੇਣ ਦੀ ਗੁਹਾਰ ਲਾਈ ਸੀਗੀ, ਪਰ ਉਹ ਇਨਸਾਫ ਨਹੀਂ ਮਿਲਿਆ, ਜਿਸ ਦੇ ਕਰਕੇ ਨਵਜੋਤ ਸਿੱਧੂ ਨੇ ਆਪਣੇ ਅਹੁਦੇ ਤਿਆਗ ਦਿੱਤੇ। ਇਹਨਾਂ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀਆਂ ਆਮ ਆਦਮੀ ਪਾਰਟੀ ਦੇ ਨਾਲ ਨਜ਼ਦੀਕੀਆਂ ਜਾਂ ਗੱਲਬਾਤ ਦੀਆਂ ਚਰਚਾਵਾਂ ਵੀ ਜਾਰੀ ਨੇ, ਪਰ ਬੇਅਦਬੀ ਦੇ ਗੰਭੀਰ ਮੁੱਦੇ ਨੂੰ ਲੈ ਕੇ ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਉਹਨਾਂ ਮੁੱਦਿਆਂ ਨੂੰ ਸਿਆਸਤ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਣ ਲੱਗਾ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਵੱਡਾ ਸਵਾਲ ਚੁੱਕਿਆ ਗਿਆ ਹੈ, ਇੰਪੋਰਟੈਂਟ ਸਵਾਲ ਹੈਗਾ, ਪਰ ਇਸ ਦੇ ਵਿੱਚ ਕਈ ਸਾਰੇ ਇਤਰਾਜ਼ ਨਿਕਲ ਕੇ ਇਹ ਆ ਰਹੇ ਨੇ ਕਿ ਕੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਬੇਅਦਬੀਆਂ ਦਾ ਇਨਸਾਫ ਨਾ ਮਿਲਣ ਕਰਕੇ ਛੱਡੇ ਸੀ, ਜਾਂ ਬੇਅਦਬੀਆਂ ਜਿਹਾ ਗੰਭੀਰ ਮੁੱਦਾ ਵੀ ਹੁਣ ਸਿਆਸਤ ਦੇ ਲਈ ਇਸਤੇਮਾਲ ਹੋਣ ਲੱਗਾ ਹੈ। ਇਸ ਮੁੱਦੇ ਨੂੰ ਲੈ ਕੇ ਚਰਚਾ ਕਰਾਂਗੇ। ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ। ਸਾਡੇ ਨਾਲ ਰਮਨ ਬਾਲਾਸੁਬਰਮਨੀਅਮ ਕਾਂਗਰਸ ਤੋਂ ਸਾਡੇ ਨਾਲ ਜੁੜ ਰਹੇ ਨੇ, ਕਾਂਗਰਸ ਦੇ ਸਪੋਕਸਪਰਸਨ ਨੇ। ਸਾਡੇ ਨਾਲ ਕੁਲਤਾਰ ਸਿੰਘ ਸੰਧਵਾ ਜੁੜ ਰਹੇ ਨੇ, ਆਮ ਆਦਮੀ ਪਾਰਟੀ ਤੋਂ ਵਿਧਾਇਕ ਨੇ, ਆਮ ਆਦਮੀ ਪਾਰਟੀ ਦੇ। ਤੇ ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ, ਪਾਰਟੀ ਦੇ ਬੁਲਾਰੇ ਨੇ, ਸਾਡੇ ਨਾਲ ਜੁੜ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਰਮਨ ਜੀ, ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਸਵਾਲ ਹੈਗਾ, ਨਵਜੋਤ ਸਿੰਘ ਸਿੱਧੂ ਨੇ ਇਨਸਾਫ ਨਾ ਮਿਲਣ ਦੇ ਕਰਕੇ ਪਾਰਟੀ ਦੇ ਅਹੁਦੇ ਛੱਡੇ ਸੀਗੇ, ਔਰ ਦੂਸਰਾ ਸਵਾਲ ਇਹ ਵੀ ਹੈਗਾ ਕਿ ਵਾਕਿਆ ਹੀ ਸਮਾਂ ਬਹੁਤ ਹੋ ਗਿਆ, ਕਰੀਬਨ 3.5 ਸਾਲ ਹੋ ਗਏ, ਲੋਕ ਵੀ ਇਹ ਮਨਾਂ ਦੇ ਵਿੱਚ ਹੈਗਾ ਕਿ ਜਿੱਦੀਆਂ ਸੌਵਾਂ ਇਨਸਾਫ ਦਿਵਾਉਣ ਦੀਆਂ ਇਲੈਕਸ਼ਨਸ ਦੇ ਦੌਰਾਨ ਦਿੱਤੀਆਂ ਗਈਆਂ ਸੀ, ਬਹੁਤ ਸਮਾਂ ਲੱਗ ਗਿਆ। ਪਹਿਲਾ ਸਵਾਲ ਜਿਹੜਾ ਤੁਸੀਂ ਪੁੱਛਿਆ ਪਾਟਿਆ ਜੀ, ਉਹ ਇਹ ਵੈ ਕਿ ਇਹ ਮੁੱਦਾ ਸੀਗਾ ਜਦੋਂ ਨਵਜੋਤ ਸਿੰਘ ਸਿੱਧੂ ਹੋਣੀ ਛੱਡਿਆ। ਇਨਫੈਕਟ ਇਹ ਛੱਡਣ ਵਾਲੀ ਕੋਈ ਗੱਲ ਨਹੀਂ ਸੀ। ਉਸ ਟਾਈਮ ਇੱਕ ਰੀਸ਼ਫਲਿੰਗ ਹੋਈ ਸੀ, ਜਿਹਦੇ ਵਿੱਚ ਇੱਕ ਡਿਪਾਰਟਮੈਂਟ ਲੈ ਕੇ ਉਹਨਾਂ ਨੂੰ ਦੂਸਰਾ ਡਿਪਾਰਟਮੈਂਟ ਦੇ ਦਿੱਤਾ ਗਿਆ ਸੀਗਾ। ਮੈਂ ਉਹਨਾਂ ਦੇ ਸ਼ਬਦ ਇਸਤੇਮਾਲ ਕੀਤੇ ਕਿ ਮੈਨੂੰ ਅਹੁਦੇ ਤਿਆਗਣੇ ਪਏ। ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਿਹਾ, ਉਹਨਾਂ ਦੇ ਸ਼ਬਦ ਇਸਤੇਮਾਲ ਕੀਤੇ। ਨਹੀਂ, ਮੈਨੂੰ ਇੱਕ ਵਾਰੀ ਗੱਲ ਕੰਪਲੀਟ ਕਰ ਲੈਣ ਦਿਓ। ਇੱਕ ਤਾਂ ਇਹ ਗੱਲ ਜਿੱਥੋਂ ਤੱਕ ਜੋ ਫੈਕਟਸ ਹੈਗੇ ਆ, ਮੈਂ ਉਹਨਾਂ ਦੀ ਗੱਲ ਕਰਦਾ। ਮੈਂ ਦੂਸਰਾ ਜਿਹੜਾ ਇੰਪੋਰਟੈਂਟ ਪਾਟਿਆ ਸਾਹਿਬ ਹੈਗਾ ਕਿ ਵੀ ਉਹਨਾਂ ਦਾ ਜਿਹੜਾ YouTube ਚੈਨਲ ਹੈ ਨਾ, ਹੁਣ ਉਹ ਮੈਂ ਸਮਝਦਾ ਇੱਕ ਮੋਨੋਲੋਗ ਹੈ। ਸਾਡੀ ਡੈਮੋਕ੍ਰੇਸੀ ਦੇ ਵਿੱਚ ਜਦ ਤੱਕ ਡਾਇਲੌਗ ਨਹੀਂ ਹੁੰਦਾ ਤਦ ਤੱਕ ਗੱਲ ਨੂੰ ਸਮਝ ਨਹੀਂ ਆਉਂਦੀ ਉਹਨਾਂ ਨੇ ਕਿਸ ਕੰਟੈਕਸਟ ਕਿਹਾ, ਕਿਉਂਕਿ ਜਦ ਤੱਕ ਔਰ ਸਾਡੀ ਡੈਮੋਕ੍ਰੇਸੀ ਦਾ ਜਿਹੜਾ ਮੂਲ ਸਿਧਾਂਤ ਹੈ ਕਿ ਵੀ ਸਾਡਾ ਇੱਕ ਤਰਕ ਵਿਤਰਕ ਦੇ ਨਾਲ ਹੀ ਜਿਹੜੀ ਹੈ ਡੈਮੋਕ੍ਰੇਸੀ ਅੱਗੇ ਮੂਵ ਕਰਦੀ ਹੈ, ਜਾਂ ਸਾਡਾ ਜਿਹੜਾ ਸੋਸ਼ਲ ਡਿਸਕੋਰਸ ਜਾਂ ਪੋਲੀਟੀਕਲ ਡਿਸਕੋਰਸ ਅੱਗੇ ਵੱਧਦਾ ਹੈਗਾ। ਹੁਣ ਇਸ ਗੱਲ ਦਾ ਜਵਾਬ ਸਿੱਧੂ ਸਾਹਿਬ ਹੀ ਦੇ ਸਕਦੇ ਨੇ ਕਿ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਇਹ ਕਿਸ ਕੰਟੈਕਸਟ 'ਚ ਕਹੀ ਹੈ। ਉਹ ਇਹ ਵੀ ਹੋ ਸਕਦਾ ਵੈ ਕਿ ਉਸ ਕੰਟੈਕਸਟ 'ਚ ਕਹੀ ਹੋਵੇ ਜਦੋਂ ਉਹ ਬੀਜੇਪੀ ਨੂੰ ਵੀ ਛੱਡ ਕੇ ਆਏ ਸੀਗੇ। ਉਹ ਇਹ ਗੱਲ ਨਿਰੰਤਰ ਮੇਰਾ ਖਿਆਲ ਆਪਣੇ ਜਿਹੜੇ ਆਪਣੀਆਂ ਗੱਲਾਂ ਬਾਤਾਂ 'ਚ ਕਰਦੇ ਰਹੇ ਨੇ। ਦੂਸਰੀ ਗੱਲ, ਜਿਹੜਾ ਨੈਕਸਟ ਕੁਐਸਚਨ ਤੁਹਾਡਾ ਸੀਗਾ ਕਿ ਵੀ ਜਿਹੜਾ ਬੇਅਦਬੀ ਦਾ ਮਾਮਲਾ ਵੈ ਉਹ ਹਲੇ ਕਲਮੀਨੇਟ ਕਿਉਂ ਨਹੀਂ ਹੋਇਆ, ਉਹ ਇੱਕ ਕੰਕਲੂਡ ਕਿਉਂ ਨਹੀਂ ਹੋਇਆ। ਮੇਰਾ ਆਪਣਾ ਇਹ ਮੰਨਣਾ ਵੈ, ਥੋੜਾ ਜਿਹਾ ਜਿਵੇਂ ਸਟੂਡੈਂਟ ਹੋਣ ਦਾ ਔਰ ਪੋਲੀਟੀਕਲ ਸਾਇੰਸ ਦਾ, ਕਿ ਜਿਹੜਾ ਜਸਟਿਸ ਹੁੰਦਾ ਨਾ, ਉਸ ਨੂੰ ਕਦੀ ਅਸੀਂ ਪਬਲਿਕ ਓਪੀਨੀਅਨ ਦੇ ਹਿਸਾਬ ਨਾਲ ਹੇਸਨ ਅਪ ਨਹੀਂ ਕਰਨਾ ਚਾਹੀਦਾ। ਉਹਦੇ ਵਿੱਚ ਜਿਹੜਾ ਡਿਊ ਪ੍ਰੋਸੈਸ ਹੈਗਾ ਵਾ ਜਸਟਿਸ ਦਾ, ਉਹ ਵਰਤਿਆ ਜਾਣਾ ਚਾਹੀਦਾ ਹੈ, ਪਰ ਉਹ ਅਲਟੀਮੇਟਲੀ ਉਹ ਕੰਕਲੂਡ ਹੋਣਾ ਚਾਹੀਦਾ ਵੈ। ਔਰ ਮੇਰਾ ਆਪਣਾ ਇਹ ਮੰਨਣਾ ਵੈ, ਔਰ ਕਿਉਂਕਿ ਸੀਐਮ ਸਾਹਿਬ ਦੇ ਔਰ ਬਾਕੀ
ਜਿਹੜੀ ਉਹਨਾਂ ਦੀਆਂ ਸਟੇਟਮੈਂਟਸ ਆਈਆਂ ਵਾ ਕਿ ਬੇਅਦਬੀ ਦਾ ਜਿਹੜਾ ਮਾਮਲਾ ਵਾ ਇਹ ਕੰਕਲੂਡ ਹੋਊਗਾ ਔਰ ਇਹ ਡਿਸਾਈਸਿਵਲੀ ਕੰਕਲੂਡ ਹੋਊਗਾ ਔਰ ਜਿਹੜੇ ਇਹਦੇ ਵਿੱਚ ਲੋਕ ਇਨਵੋਲਵਡ ਨੇ ਉਹ ਬਖਸ਼ੇ ਨਹੀਂ ਜਾਣਗੇ। रमन जी, सवाल मैं नवजोत सिद्धू हुणा दा पहले तुहानू दोबारा तो थोड़ा क्लैरिटी ना पूछना चाहना। नवजोत सिद्धू दे YouTube चैनल ते वीडियो अपलोड होया जिस दे विच वॉइस ओवर चल रहा है और उस दे विच जिक्र किया गया कि 2019 विधान सभा दे सैशन दौरान झोली अड्ड के मौके दी सरकार तो इंसाफ मंगया गया सी, इंसाफ नहीं होया। इस दी वजह दे नाल नवजोत सिद्धू नू सारे अहुदे त्यागने पए। गल ये हैगी है, सवाल ये हैगा कि क्या नवजोत सिद्धू ने अहुदे जिहड़ा त्यागया सीगा वो इंसाफ ना मिलण दे करके त्यागया सीगा? क्योंकि इस दे विच कन्फ्यूजन हैगी है, क्योंकि उस समय दा पॉलिटिकल सिनेरियो असीं सारा कवर भी कीता, पर फिर भी असीं कांग्रेस दे मूंहों सुनना चाहते हैं कि क्योंकि विधायक भी कांग्रेस दे ही नहीं जिहड़े गल कह रहे हैं। मेरा ख्याल है भी ये फैक्चुअली इनकरैक्ट है। मैं इस गल नाल एग्री नहीं करदा और मेरा ख्याल कई इहो जिहियां चीज़ां तुहानूं मिल जाणगीਆਂ पब्लिक डोमेन दे विच ਜਿਹੜਾ ਮੇਰੇ ਕਥਨ ਨੂੰ ਕੋਰੈਬੋਰੇਟ ਕਰਨਗੀਆਂ। मे भी ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੋਵੇ, ਪਰ ਉਹਨਾਂ ਨੇ ਜਦੋਂ ਉਹਨਾਂ ਦੀ ਰੀਸ਼ਫਲਿੰਗ ਹੋਈ ਸੀ ਔਰ ਉਹਨਾਂ ਨੇ ਡਿਪਾਰਟਮੈਂਟ ਜੁਆਇਨ ਨਹੀਂ ਕੀਤਾ ਸੀਗਾ, ਉਸ ਟਾਈਮ ਦੇ ਦੌਰਾਨ ਦੇ ਵਿੱਚ ਇਹ ਗੱਲਾਂ ਜਿਹੜੀਆਂ ਮੈਂ ਬਿਲਕੁਲ ਵੀ ਕਥਨ ਤੇ ਨਹੀਂ ਆਈਆਂ ਸੀ, ਮਤਲਬ ਪਲੇਟਫਾਰਮ ਮਤਲਬ ਓਪਨਲੀ ਨਹੀਂ ਆਈਆਂ ਸੀਗੀਆਂ। ਹੁਣ ਉਹਨਾਂ ਦੀ ਐਟ ਹਾਈਂਡਸਾਈਟ ਜਾਂ ਆਫਟਰ ਥਾਟ ਜਿਹੜਾ ਹੋ ਸਕਦਾ ਵਾ ਉਹ ਇਸ ਨੂੰ ਉਹਦੇ ਨਾਲ ਲਿੰਕ ਕਰਨਾ ਚਾਹੁੰਦੇ ਹੋਣ, ਉਹ ਉਹਨਾਂ ਦੀ ਆਪਣੀ ਸੋਚ ਹੋਏਗੀ। ਬਟ ਮੈਨੂੰ ਆਈ ਥਿੰਕ ਇਹ ਤੁਸੀਂ ਬੜੇ ਸਿਆਣੇ ਪੱਤਰਕਾਰ ਹੋ, ਤੁਸੀਂ ਇਹਨਾਂ ਚੀਜ਼ਾਂ ਦੀ ਕੋਕ ਕਰਕੇ ਉਹਨਾਂ ਨੂੰ ਕੁਐਸਚਨ ਜ਼ਰੂਰ ਪੁੱਛੋ ਕਿ ਜਦੋਂ ਉਸ ਟਾਈਮ ਜਦੋਂ ਤੁਸੀਂ ਰਿਜ਼ਾਈਨ ਕੀਤਾ ਸੀਗਾ, ਕੀ ਤੁਸੀਂ ਉਸ ਟਾਈਮ ਇਦਾਂ ਦੀ ਕੋਈ ਸਟੇਟਮੈਂਟ ਦਿੱਤੀ ਸੀ? ਮੇਰੇ ਜਿਹੜੇ ਮੈਨੂੰ ਜਿੱਥੋਂ ਤੱਕ ਯਾਦ ਆਉਂਦਾ ਵਾ ਉਹਨਾਂ ਨੇ ਇਹੋ ਜੀ ਕੋਈ ਸਟੇਟਮੈਂਟ ਨਹੀਂ ਦਿੱਤੀ ਸੀ। ਵਲਟੋਆ ਸਾਹਿਬ, ਕੀ ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ, ਕਿਉਂਕਿ ਬਹੁਤ ਸਾਰੇ ਬੇਅਦਬੀ ਦੇ ਮਸਲੇ ਨੂੰ ਲੈ ਕੇ ना सिर्फ कांग्रेस घिरी है, अकाली दल भी घिरिया रहा लंबे समय तक, अजे तक भी सवालों के दायरे चो अकाली दल भी बाहर नहीं होया। पर पहला असीं जे नवजोत सिद्धू दे इस दावे की गल करिए तो तुसीं इस नूं किस तरह देख रहे हो? कमल, सब तो पहला तो शहीदी हफ्ता चल रहा है, घल्लूघारे दिहाड़ा चल रहा है। मैं उन्हां महान शहीदां नूं शरधा दे फुल भेंट करदा है जिन्हां नूं उस समय दी जाबर सरकार ने श्री हरमंदर साहिब की पवित्रता की खातर लड़द्या होया शहीद कर दिता सीगा। और कमल देखो, जिथों तक श्रोमणी अकाली दल की गल है कि दुख चाहे हरेक सिख नूं होया है, हरेक धर्मी व्यक्ति नूं होया, जिहड़ियां मंदभागीआं घटनावां बेअदबी दीआं वापरीआं सी जी। पर श्रोमणी अकाली दल नूं जां श्रोमणी अकाली दल दी लीडरशिप नूं इस करके वध दुख है कि वो साडी सरकार समय वापरीआं। साडे कोले भी उदों 12-13 महीने हैगे सी, असीं आपदी पूरी कोशिश की, पर वो साजिश इस तरह की सी, शरारती इस तरह की सी कि असीं दोषियों तक पहुंच नहीं सके। पर जिहड़ी कांग्रेस पार्टी कहती सी कि सानूं दोषियों का पता है, साडी सरकार बनी तो फड़ के असीं अंदर दे देवांगे, 3.5 साल हो गया, अजे तक कुछ नहीं कर सकी। और श्रोमणी अकाली दल ये चाहुंदा है कि ਜਿਹੜੀਆਂ ਉਹ ਮੰਦਭਾਗੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹੈ ਉਹ ਇਨਸਾਫ ਮਿਲਣਾ ਚਾਹੀਦਾ ਹੈ। ਜਿਹੜੇ ਦੋਸ਼ੀ ਨੇ ਉਹ ਬਗਰਾੜੀ ਦੇ ਨੇ ਚਾਹੇ ਉਹ ਬਾਈਬਲ ਦੇ ਨੇ, ਉਹਨਾਂ ਨੂੰ ਜਿਹੜੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਔਰ ਇਹ ਗੱਲ ਜਿਹੜੀ ਤੁਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦੇ ਜੀ, ਇੱਕੋ ਸਵਾਲ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ। सरदार नवजोत सिंह सिद्धू दसदे ने उन्हां दी साझ किहदे नाल है? जिहड़े करतारपुर साहब पाकिस्तान की धरती दे उत्ते खड़ के वड्डी स्टेज दे उत्ते खड़ के कहिंदे कि मेरी जिंदगी गांधी परिवार के नाम है। सिखां दी स्टेज होवे, गुरु नानक सच्चे पातशाह दे दरबार होवे ते उस गांधी परिवार दा नवजोत सिंह सिद्धू श्री करतारपुर साहब की स्टेज के उत्ते इमरान खान की हाजिरी दे विच जिक्र कर रहा है कि मेरी रहिंदी जिंदगी जिहड़ी है वो गांधी परिवार दे नाल। गांधी परिवार कौन है कमल जी? मत्से रंगड़ ते अबदाली दे वारस इंदिरा गांधी। इंदिरा गांधी दा ये परिवार है, ये उस गांधी परिवार नाल सांझ रखने वाला सज्जन ते अज गल करदा है इवें सियासत करी जानी, इवें गल्लां करी जानियां। दूसरी गल जिहड़ी सब तो वड्डी गल जिहड़ी तुसां गल कीती कि जिस तरह नवजोत सिंह सिद्धू नूं कहा कि मैं सारे अहुदे त्यागे,
ਬੇਅਦਬੀ ਦਾ ਇਨਸਾਫ ਨਾ ਮਿਲਣ ਕਰਕੇ ਮੈਂ ਸਾਰੇ ਅਹੁਦੇ ਤੇ ਅੱਗੇ। ਅਸਲੀਅਤ ਪਮਲ ਜੀ ਇਹ ਹੈ, ਨਵਜੋਤ ਸਿੰਘ ਸਿੱਧੂ ਬਹੁਤ ਸਵਾਰਥੀ ਹੈ, ਬਹੁਤ ਐਂਬੀਸ਼ੀਅਸ ਹੈ। ਉਹ ਪੰਜਾਬ ਦਾ ਮੰਤਰੀ ਬਣਨਾ ਚਾਹੁੰਦਾ ਸੀ ਔਰ 2017 ਚ ਜਦੋਂ ਉਹ ਸ਼ਾਮਲ ਹੁੰਦਾ, 2016 ਚ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਉਹਨੂੰ ਡਿਪਟੀ ਮੁੱਖ ਮੰਤਰੀ ਦਾ ਉਹਦੇ ਨਾਲ ਇਕਰਾਰ ਕੀਤਾ ਜਾਂਦਾ, ਜਿਹੜਾ ਪੂਰਾ ਨਹੀਂ ਕੀਤਾ ਜਾਂਦਾ ਤੇ ਲੋਕਲ ਬਾਡੀ ਮਿਨਿਸਟਰ ਬਣ ਜਾਂਦੇ। ਪਰ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਆਈਆਂ ਤੇ ਨਵਜੋਤ ਸਿੰਘ ਸਿੱਧੂ ਦੀ ਗਾਂਧੀ ਪਰਿਵਾਰ ਨਾਲ, ਰਾਹੁਲ ਗਾਂਧੀ ਨਾਲ, ਪ੍ਰਿਯੰਕਾ ਗਾਂਧੀ ਨਾਲ, ਸੋਨੀਆ ਗਾਂਧੀ ਨਾਲ ਸਾਂਝ ਹੀ ਇੰਨੀ ਕੁ ਸੀ ਤੇ ਇਹਨੂੰ ਇਹ ਭਰੋਸਾ ਗਿਆ ਕਿ ਸਰਕਾਰ ਕੇਂਦਰ ਦੇ ਵਿੱਚ ਕਾਂਗਰਸ ਦੀ ਬਣ ਜਾਣੀ ਹੈ ਤੇ ਰਾਹੁਲ ਬਾਪਾ ਨੇ ਜਿਹੜਾ ਆ ਉਹ ਪ੍ਰਧਾਨ ਮੰਤਰੀ ਬਣ ਜਾਣਾ ਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਤੇ ਮੁੱਖ ਮੰਤਰੀ ਮੈਂ ਬਣ ਜਾਣਾ। ਹਵਾ ਹੀ ਵਿਗੜ ਗਈ, ਬੋਲੀ ਵਿਗੜ ਗਈ। ਸਾਡੇ ਸਾਹਮਣੇ ਹੈਦਰਾਬਾਦ ਦੇ ਵਿੱਚ ਉੱਥੇ ਪੱਤਰਕਾਰਾਂ ਨੇ ਸਵਾਲ ਕੀਤਾ ਕੈਪਟਨ ਅਮਰਿੰਦਰ ਸਿੰਘ ਬਾਰੇ, ਅੱਗੇ ਜਵਾਬ ਦਿੱਤੀ ਨਵਜੋਤ ਸਿੰਘ ਸਿੱਧੂ ਕੌਣ ਕੈਪਟਨ? ਕੈਪਟਨ ਹੀ ਭੁੱਲ ਗਿਆ, ਜਿਹਨੂੰ ਬਾਪ ਬਣਾਇਆ ਸੀ, ਜਿਹਨੂੰ ਬਾਪੂ ਬਣਾਇਆ ਸੀ, ਜਿਹਨੂੰ ਪਿਓ ਬਣਾਇਆ ਸੀ, ਉਹਨੂੰ ਭੁੱਲ ਗਿਆ। ਤਾਂ ਜਦੋਂ ਗੱਲ ਕੀਤੀ, ਉਹ कैप्टन अमरिंदर सिंह वो तो आर्मी के कैप्टन है, मेरा कैप्टन तो राहुल गांधी। ये जी सारी भाषा बिगड़ी सी, इस करके बिगड़ी सी कि इन्हू पूर्ण भरोसा सी कि 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਕੇਂਦਰ ਵਿੱਚ ਜਿੱਤ ਹੋਣੀ ਹੈ ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਬਣਨਾ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੰਜਾਬ 'ਚ ਰੀਸ਼ਫਲਿੰਗ ਹੋਣੀ ਹੈ ਤੇ ਮੈਂ ਮੁੱਖ ਮੰਤਰੀ ਬਣੂ। ਪਰ ਇਹ ਵੀ ਸੱਚ ਉਹਨਾਂ ਨੇ ਝੋਲੀ ਅੱਡ ਕੇ ਇਨਸਾਫ ਮੰਗਿਆ ਸੀਗਾ, ਵਿਧਾਨ ਸਭਾ 'ਚ ਅਸੀਂ ਕਵਰ ਕੀਤਾ ਸੀ, ਦੇਖਿਆ ਸੀਗਾ। ਕਮਲ ਇਨਸਾਫ ਹਰ ਸਿੱਖ ਮੰਗਦਾ ਹੈ, ਹਰ ਧਰਮ ਮੰਗਦਾ ਹੈ, ਪਰ ਜਿਸ ਤਰ੍ਹਾਂ ਦੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਬਾਡੀ ਲੈਂਗੁਏਜ ਹੁੰਦੀ ਹੈ, ਚਾਹੇ ਅੱਜ ਵੀ ਵੀਡੀਓ ਪਾਉਂਦੇ ਨੇ ਉਹ ਕੋਈ ਸੰਜੀਦਾ ਪੋਜੀਸ਼ਨ ਵਾਲੀ ਹੁੰਦੀ ਹੈ। ਠੀਕ ਹੈ, ਜਿਸ ਤਰ੍ਹਾਂ ਦੀ ਇਹਨਾਂ ਦੀ ਹਰਕਤਾਂ ਹੁੰਦੀਆਂ ਹੈ, ਜਿਸ ਅੰਦਾਜ਼ 'ਚ ਉਹ ਬਿਆਨ ਕਰਦੇ ਨੇ, ਜਿਸ ਤਰ੍ਹਾਂ ਦੇ ਉਹ ਹੋਰ ਇਸ ਤਰ੍ਹਾਂ ਦਾ ਸਟਾਈਲ ਬਣਾ ਕੇ ਗੱਲਾਂ ਕਰਦੇ ਨੇ। ਠੀਕ ਹੈ, ਨਹੀਂ ਬਲਟੋਆ ਸਾਹਿਬ ਦੇਖੋ, ਕਿਸੇ ਦਾ ਅੰਦਾਜ਼ੇ ਬਿਆਨ ਆਪਣਾ ਆਪਣਾ ਹੋ ਸਕਦਾ, ਕਿਸੇ ਦਾ ਵੀ ਅਸੀਂ ਕਿਸੇ ਦੇ ਸਟਾਈਲ ਤੇ ਸਵਾਲ ਨਹੀਂ ਚੁੱਕ ਸਕਦੇ, ਕੋਈ ਕਿਸ ਤਰ੍ਹਾਂ ਬੋਲਚਾਲ ਕਿਸ ਤਰ੍ਹਾਂ ਦਾ, ਉਹ ਪੜ੍ਹੇ ਲਿਖੇ ਇੰਟੈਲੀਜੈਂਟ ਆਗੂ ਹੈਗੇ ਨੇ। ਸੰਧਵਾ ਸਾਹਿਬ, ਮੈਂ ਪਹਿਲਾ ਕਮੈਂਟ ਤੁਹਾਡੇ ਕੋਲ ਲੈਣਾ। ਸੁਬਰਮਨਿਅਮ ਸਾਹਿਬ, ਮੈਂ ਆਂਦਾ ਤੁਹਾਡੇ ਕੋਲ। ਸੰਧਵਾ ਸਾਹਿਬ, ਦੇਖੋ ਜੀ, ਜਿਵੇਂ ਬਲਟੋਆ ਸਾਹਿਬ ਨੇ ਕਿਹਾ, ਬੇਅਦਬੀਆਂ ਦੀ ਜਿਹੜੀ ਇਨਸਾਫ ਹੋਵੇ, ਉਹਦੇ ਦੋਸ਼ੀਆਂ ਨੂੰ ਸਜ਼ਾ ਹੋਵੇ ਬੇਅਦਬੀਆਂ ਦੇ ਨੂੰ, ਇਹ ਇਕੱਲਾ ਸਿੱਖ ਨਹੀਂ, ਹਰੇਕ ਇਨਸਾਫ ਪਸੰਦ ਪੰਜਾਬੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵਾਕਿਫ ਆ, ਉਹ ਮੰਗਦਾ। ਔਰ ਪੰਜਾਬ ਵਿਧਾਨ ਸਭਾ ਦੇ ਵਿੱਚ ਇਕੱਲੇ ਸਿੱਧੂ ਸਾਹਿਬ ਨਹੀਂ, 4-5 ਮੰਤਰੀ ਇਹਨਾਂ ਦੇ ਹੋਰ, ਸਾਰੀ ਆਪੋਜੀਸ਼ਨ, ਅਕਾਲੀ ਦਲ ਤਾਂ ਛੱਡ ਕੇ ਚਲਾ ਗਿਆ ਸੀ ਉੱਥੋਂ, ਵਿਧਾਨ ਸਭਾ ਚੋਂ ਨਿਕਲ ਕੇ ਚਲਾ ਗਿਆ ਸੀ ਬਾਹਰ, ਸਾਰੀ ਆਪੋਜੀਸ਼ਨ ਨੇ ਮੰਗੀ, ਪਰ ਇੱਕੋ ਸ਼ਖਸ ਸੀਗਾ ਉੱਥੇ ਜਿਹੜਾ ਚੁੱਪ ਕਰਕੇ ਬੈਠਾ ਰਿਹਾ, ਜਿਹਨੇ ਸਿਰਫ ਥੋੜੀ ਇੰਨੀ ਗੱਲ ਕਹੀ ਹੈ ਵੀ ਸਜ਼ਾਵਾਂ ਦੇਵਾਂਗੇ। ਜਦੋਂ ਅਸੀਂ ਪੁੱਛਿਆ ਵੀ ਟਾਈਮ ਬਾਉਂਡ ਕਰ ਦਿਓ, ਕਦੋਂ ਦਿਓਗੇ, ਉਹ ਇਸ ਗੱਲ ਤੋਂ ਮੁੱਕਰ ਗਏ। ਸੋ ਇਹ ਸਿੱਧਾ ਸਿੱਧਾ ਇਲਜ਼ਾਮ, ਕਿਉਂਕਿ ਜਦੋਂ ਬੇਅਦਬੀਆਂ ਹੋਈਆਂ, ਅਕਾਲੀ ਦਲ ਨੇ ਇਹ ਤੋਂ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ, ਇਲੈਕਸ਼ਨਾਂ ਦੇ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਉਹ ਸੌਦਾ ਸਾਧ ਦੀਆਂ ਪੋਸਟਰ ਸੀ ਨਾ, ਜਿਹੜੇ ਪੋਸਟਰ, ਉਹਨਾਂ ਤੇ 10-10 ਬੰਦਿਆਂ, 10-10 ਪੁਲਿਸ ਵਾਲਿਆਂ ਦੀ ਉੱਤੇ ਗਾਰਡ ਲੱਗੀ ਹੁੰਦੀ ਸੀ, ਤੇ ਜੇ ਕਿਤੇ 2-4 ਸਿੱਖ ਇਕੱਠੇ ਹੋ ਜਾਂਦੇ ਉਹਨੂੰ ਫੜ ਕੇ ਅੰਦਰ ਦੇ ਦਿੰਦੇ ਸੀ। ਉਹ ਸਿੱਧਾ ਸਿੱਧਾ ਉੱਥੋਂ ਇਲੈਕਸ਼ਨ ਤੋਂ ਮਤਲਬ ਵੋਟਾਂ ਕੱਢਣ ਦੀ ਕੋਸ਼ਿਸ਼ ਕੀਤੀ, ਲੇਕਿਨ ਗੁਰੂ ਨੇ ਕਿਰਪਾ ਕਰਤੀ, ਇਹਨਾਂ ਨੂੰ ਦਿਖਾਇਆ ਵੀ ਕਿਸ ਤਰ੍ਹਾਂ ਗੁਰੂ ਦੇ ਨਾਲ ਤੁਸੀਂ ਧਰੋ ਕਰਵਾ ਕੇ ਕੁਛ ਨਹੀਂ ਤੁਹਾਡੇ ਪੱਲੇ ਪੈਣਾ। ਉਹੀ ਕੰਮ ਹੁਣ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ। ਪਹਿਲਾਂ ਵਿਧਾਨ ਸਭਾ ਵੇਲੇ ਇਹਨਾਂ ਨੇ ਰੌਲਾ ਪਾਇਆ, ਚਲੋ ਸਾਰਿਆਂ ਨੇ ਮੰਗਿਆ ਸੀ, ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ, ਇਹਨਾਂ ਨੂੰ ਬਿਠਾ ਦਿੱਤਾ। ਹੁਣ ਜਦੋਂ ਕੋਈ ਇਲੈਕਸ਼ਨ ਆਉਂਦਾ ਉਦੋਂ ਇੱਕ ਦੀ ਛੁੱਟੀ ਜੀ ਛਡਾ ਦਿੰਦੇ ਆ, ਕੁੰਵਰ ਵਿਜੇ ਪ੍ਰਤਾਪ, ਉਸ ਤੋਂ ਬਾਅਦ ਫੇਰ ਉਹਦੇ ਪਿੱਛੋਂ ਢਿੰਬਰੀ ਟਾਈਪ ਕਰ ਦਿੰਦੇ ਆ। ਸੋ ਇਹ ਬੇਅਦਬੀਆਂ ਵਿੱਚੋਂ ਜਿਵੇਂ 84 ਚੋਂ ਹੁਣ ਤਾਈਂ ਅਕਾਲੀ ਦਲ ਜਾਂ ਬੀਜੇਪੀ ਕੱਢਦੀ ਰਹੀ ਹੈ। ਪਰ ਸੰਧਵਾ ਸਾਹਿਬ, ਤੁਸੀਂ ਮੇਰੇ ਪਹਿਲੇ ਸਵਾਲ ਦਾ ਜਵਾਬ ਨਹੀਂ ਦਿੱਤਾ। ਸੰਧਵਾ ਸਾਹਿਬ, ਤੁਸੀਂ ਮੇਰੇ ਪਹਿਲੇ ਸਵਾਲ ਦਾ ਜਵਾਬ ਨਹੀਂ ਦਿੱਤਾ। ਕਿਆ ਉਸ ਸਮੇਂ ਅਸਤੀਫੇ ਇਸੇ ਚੀਜ਼ ਨੂੰ ਲੈ ਕੇ ਹੋਏ ਸੀਗੇ? ਤੁਸੀਂ ਇਸ ਤੇ ਵੀ ਕੋਈ ਕਮੈਂਟ ਦਿਓ ਆਪਦਾ। ਨਹੀਂ, ਦੇਖੋ, ਜਿਹੜਾ ਮੈਂ ਇਹ ਦੇਖਿਆ, ਉਹਨਾਂ ਦਾ ਮਹਿਸੂਸ ਕੀਤਾ ਸਿੱਧੂ ਸਾਹਿਬ ਦਾ, ਉਹ ਇਹ ਸੀ ਕਿ ਸਿੱਧੂ ਸਾਹਿਬ ਨੇ ਕਿਹਾ ਜੀ ਤੁਸੀਂ ਮਾਈਨਿੰਗ ਦੀ ਜਿਹੜੀ ਉਹ ਕਾਰਪੋਰੇਸ਼ਨ ਬਣਾਓ, ਇਹਨਾਂ ਨੇ ਨਹੀਂ ਬਣਾਈ। ਇਹਨਾਂ ਨੇ ਲੁਧਿਆਣਾ ਸਿਟੀ ਸੈਂਟਰ ਬਾਰੇ ਕੋਈ, ਇਹਨਾਂ ਨੇ ਜਿਹੜੀ ਘਪਲੇ ਲੁਧਿਆਣੇ ਹੋਏ ਸੀ ਉਹਨਾਂ ਵਾਸਤੇ ਇਨਕੁਆਇਰੀ ਕਰਾਉਣ ਦੀ ਕੋਸ਼ਿਸ਼ ਕੀਤੀ, ਉਹ ਵਿੱਚ ਰੋਕਤੀ। ਜਿੱਥੇ ਜਿੱਥੇ ਪੰਜਾਬ ਦੀ ਲੁੱਟ ਹੁੰਦੀ, ਉਹ ਸਾਰਾ ਉਹਦਾ ਕੰਮ ਰੋਕਿਆ। ਉਦੋਂ ਇਹਨਾਂ ਨੇ, ਸਿੱਧੂ ਸਾਹਿਬ ਨੇ ਬੇਅਦਬੀ ਦੀ ਵੀ ਇਨਸਾਫ ਦੀ ਮੰਗ ਕੀਤੀ ਵਿਧਾਨ ਸਭਾ ਦੇ ਵਿੱਚ, ਉਹ ਨਹੀਂ ਕੀਤਾ। ਸੋ ਇਹ ਸਾਰਾ ਕੁਝ ਇਕੱਠਾ ਹੁੰਦਾ ਹੋਇਆ ਉਹਨੂੰ ਲਾਤਾ ਇਹਨੇ ਖੁੰਝੇ ਲਾਉਣ ਤੋਂ ਬਾਅਦ ਉਹ ਅਸਤੀਫਾ ਤਾਂ ਜਿਹੜਾ ਮਤਲਬ ਉਹਨਾਂ ਦੇ ਦੇਣ ਤੋਂ ਪਹਿਲਾਂ ਇਹਨਾਂ ਨੇ ਉਹਨੂੰ ਖੁੰਝੇ ਲਾਤਾ ਸੀ ਸਿੱਧੂ ਸਾਹਿਬ ਨੂੰ।
ਹਾਂ, ਸਿੱਧੂ ਸਾਹਿਬ ਤੇ ਕਿਰਪਾ ਹੋਈ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ। ਅਰਦਾਸ ਭਾਵੇਂ ਵਡਾਲਾ ਸਾਹਿਬ ਨੇ ਕੀਤੀ, 18 ਸਾਲ ਅਰਦਾਸ ਕਰਦੇ ਰਹੇ, ਪਰ ਉਹਨਾਂ ਦੇ ਇੱਥੇ ਕਿਰਪਾ ਕਰਤੀ। ਲੇਕਿਨ ਉਹਦੇ ਤੇ ਵੀ ਸਾਰੀਆਂ ਪਾਰਟੀਆਂ, ਜਿਹੜੇ ਅਕਾਲੀ ਦਲ, ਸਿੱਧੂ ਸਾਹਿਬ ਨੂੰ ਦੋਸ਼ੀ ਬਣਾਉਣ ਦੇ ਜਿਹੜੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ, ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਵੱਲੋਂ। ਠੀਕ ਹੈ। ਮੈਂ ਤੁਹਾਡੇ ਕੋਲ ਇੱਕ ਹੋਰ ਸਵਾਲ ਲੈਣਾ, ਮੇਰੇ ਯਾਦ ਆ ਗਿਆ। ਸੁਬਰਮਨੀਅਮ ਸਾਹਿਬ ਕੁਝ ਕਹਿ ਰਹੇ ਸੀਗੇ। ਪਹਿਲਾ ਗੱਲ ਤਾਂ ਵਲਟੋਹਾ ਸਾਹਿਬ, ਜਿਹੜਾ ਮੈਂ ਸਮਝਦਾ ਵਾਂ ਵੀ ਤੁਹਾਡੀ ਪੋਲੀਟੀਕਲ ਮਜਬੂਰੀ ਹੈ ਕਿ ਵੀ ਹਰ ਵਾਰੀ ਤੁਸੀਂ ਗਾਂਧੀ ਪਰਿਵਾਰ ਦਾ ਨਾਮ ਲੈ ਕੇ ਵਿੱਚ ਆ ਜਾਓ। ਮੈਂ ਤੁਹਾਡੇ ਵੀ ਕਿਰਦਾਰਾਂ ਤੇ ਨਾ ਇੱਕ ਵਾਰੀ ਅੱਜ ਚਾਨਣ ਪਾਣਾ ਚਾਹੁੰਦਾ ਮੈਂ। ਇਹ ਤੁਸੀਂ ਉਹੀ ਲੋਕ ਹੈਗੇ ਹੋ ਜਿਹੜੇ ਹਰਮੰਦਰ ਸਾਹਿਬ ਦੇ ਵਿੱਚੋਂ ਦੀ ਹੱਥ ਚੱਕ ਕੇ ਬਾਹਰ ਆਏ ਹੋ। ਤੁਸੀਂ ਉਹੀ ਲੋਕ ਹੋ ਜਿਨ੍ਹਾਂ ਨੇ ਕਿਹਾ ਕਿ ਵੀ ਅਸੀਂ ਧਰਮ ਯੁੱਧ ਮੋਰਚੇ ਲਾਏ, ਅਸੀਂ ਆਪਣੀ ਜਾਨ ਨਿਛਾਵਰ ਕਰ ਦਿਆਂਗੇ, ਤੇ ਉਸ ਤੋਂ ਬਾਅਦ ਸਾਰਿਆਂ ਨਾਲੋਂ ਪਹਿਲਾਂ ਬਖਤਰਬੰਦ ਗਾਡੀਆਂ ਦੇ ਵਿੱਚ ਆ ਕੇ ਤੁਸੀਂ ਬੈਠੇ ਹੈਗੇ ਹੋ। ਇੱਕ ਗੱਲ ਸੁਣ ਲਓ ਮੇਰੀ, ਜਿਹੜਾ 84 ਦਾ ਜਿਹੜਾ ਦੁਖਾਂਤ ਹੈਗਾ ਵਾ, ਉਹ ਸਾਰੇ ਮੰਨਦੇ ਆ, ਔਰ ਉਹਦੇ ਵਿੱਚ ਇੱਕ ਗੱਲ ਸਮਝ ਲਓ ਕਿ ਵੀ ਉਹ ਇੱਕ ਲਾਈਨ ਆਫ ਡਿਊਟੀ ਸੀ। ਉਸ ਟਾਈਮ ਜਿਹੜਾ ਵੀ ਪ੍ਰਧਾਨ ਮੰਤਰੀ ਹੁੰਦਾ, ਜ਼ਰੂਰੀ ਨਹੀਂ ਇੰਦਰਾ ਗਾਂਧੀ, ਉਹਦੇ ਚ ਜ਼ਰੂਰੀ ਨਹੀਂ, ਉਹਦੇ ਵਿੱਚ ਤਾਂ ਤੁਹਾਡੇ ਜਿਹੜੇ ਭਾਈਵਾਲ ਹੈ ਬੀਜੇਪੀ ਦੇ, ਉਹ ਤੁਹਾਡੇ ਜਿਹੜੇ ਸੀਗੇ ਅਡਵਾਨੀ ਸਾਹਿਬ, ਉਹ ਸਾਰੇ ਜਿਹੜੇ ਵਿੱਚ ਇਨਵੋਲਵਡ ਸੀਗੇ, ਤੁਸੀਂ ਉਹਨਾਂ ਦੇ ਨਾਲ ਫਿਰ ਤੁਸੀਂ ਰਲ ਸੱਤਾ ਮਲਾਈ। 84 ਦੇ ਰਾਈਟਸ ਤੁਸੀਂ ਕਾਂਗਰਸ ਪਾਰਟੀ ਕਿਉਂਕਿ ਪਾਵਰ ਚ ਸੀਗੀ, ਇਸ ਕਰਕੇ ਤੁਸੀਂ ਉਹਨਾਂ ਨੂੰ ਦੋਸ਼ੀ ਸਮਝਦੇ ਹੋ। ਤੁਹਾਡੇ ਆਰਐਸਐਸ ਔਰ ਬੀਜੇਪੀ ਦੇ ਜਿਹੜੇ ਵਰਕਰ ਔਰ ਜਿਹੜੇ ਕਨਵਿਕਟ ਹੋਏ ਨੇ, ਉਹਨਾਂ ਬਾਰੇ ਤੁਸੀਂ ਕਦੀ ਨਹੀਂ ਗੱਲ ਕਰਦੇ। ਤੁਸੀਂ ਉਹਨਾਂ ਨਾਲ ਫਿਰ ਸਾਂਝਾ ਪਾਈਆਂ ਹੋਈਆਂ। ਅੱਜ ਇਸ ਗੱਲ ਤੇ ਮੁੱਦਾ ਕਰਨਾ ਨਹੀਂ, ਮੈਂ ਜ਼ਰੂਰ ਤੁਹਾਡੇ ਨਾਲ ਇੱਕ ਦਿਨ 1 to 1 ਇਸ ਗੱਲ ਤੇ ਬਹਿਸ ਕਰਨਾ ਚਾਹਾਂਗਾ ਕਿ 84 ਦੇ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ, ਉਹਦੇ ਲਈ ਸਹੀ ਮਾਇਨੇ ਦੇ ਵਿੱਚ ਕੌਣ ਦੋਸ਼ੀ ਹੈ। ਅੱਜ ਬੜੇ ਅੱਛੇ ਲੋਕੀ ਉਸ ਤੇ ਇੱਕ ਬੈਲੈਂਸਡ ਕਮੈਂਟ ਵੀ ਦੇ ਰਹੇ ਹੈਗੇ ਆ। ਤੁਹਾਡਾ ਬਾਇਸਡ ਕਮੈਂਟ ਹੁੰਦਾ ਵਾ। ਹਰ ਵਾਰੀ ਤੁਸੀਂ ਇਸ ਗੱਲ ਨੂੰ ਜੋ ਮਰਜ਼ੀ ਇਹਦੇ ਚ ਲੈ ਕੇ ਆਉਂਦੇ, ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹੋ। ਸ਼ਰਾਰਤੀ ਤੁਹਾਡਾ ਇੱਕ ਵਾਰੀ ਤੁਹਾਡਾ ਮਨਸੂਬਾ ਹੁੰਦਾ ਵਾ। ਮੈਂ ਕਾਈਂਡਲੀ ਤੁਹਾਨੂੰ ਇਹ ਗੱਲ ਕਰਦਾ ਮੈਂ ਵੀ ਜਦੋਂ ਗੱਲ ਅਸੀਂ ਕਰੀਏ, ਗੱਲ ਅਸੀਂ ਕਿਸੇ ਹੋਰ ਦੀ ਗੱਲ ਕਰ ਰਹੇ ਹਾਂ। ਅੱਜ ਨਵਜੋਤ ਸਿੱਧੂ ਦੀ ਗੱਲ ਹੋ ਰਹੀ ਹੈ, ਔਰ ਨਵਜੋਤ ਸਿੱਧੂ ਬਾਰੇ ਮੈਂ ਫੇਰ ਪਾਟਿਆ ਸਾਹਿਬ ਬੜੀ ਕਲੀਅਰਲੀ ਇਹ ਗੱਲ ਦੱਸਦਾ ਮੈਂ, ਤੁਸੀਂ ਆਪਣੀ ਕੋਪ ਕਰ ਲਓ। ਉਸ ਟਾਈਮ ਇਹ ਮੁੱਦਾ ਨਹੀਂ ਸੀ। ਉਹਨਾਂ ਦਾ ਮੁੱਦਾ ਜਿਹੜਾ ਸੀਗਾ ਸਾਡੇ ਪੋਲੀਟੀਕਲ ਲੀਡਰਸ਼ਿਪ ਦੇ ਨਾਲ ਚਾਹੇ ਨਾਰਾਜ਼ਗੀ ਸੀ, ਚਾਹੇ ਉਹਨਾਂ ਦੀ ਜਿਹੜੀ ਉਹਨਾਂ ਦੀ ਆਪਾਂ ਕਹੀਏ ਕਿ ਡਿਸਪਲਿਨ ਤੋੜਨਾ, ਚਾਹੇ ਉਹਦੇ ਕਰਕੇ ਸਾਨੂੰ ਨੁਕਸਾਨ ਹੋਣਾ ਪੋਲੀਟੀਕਲੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਰੀਜ਼ਨ ਸੀਗਾ ਕਿ ਰੀਸ਼ਫਲਿੰਗ ਹੋਈ। ਔਰ ਰੀਸ਼ਫਲਿੰਗ ਦੇਖੋ, ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਕੱਢਿਆ ਨਹੀਂ ਗਿਆ, ਉਹ ਆਏ ਨਹੀਂ। ਇਹ ਗੱਲ ਨੂੰ ਕਰੈਕਟ ਕਰਨਾ ਬੜਾ ਜ਼ਰੂਰੀ ਹੈ। ਔਰ ਮੈਂ ਨਹੀਂ ਮੇਰਾ ਪਾਟਿਆ ਸਾਹਿਬ, ਤੁਸੀਂ ਅੱਜ ਬਿਲਕੁਲ ਠੀਕ ਜਿਹੜਾ ਮੁੱਦਾ ਚੱਕਿਆ ਵਾ। ਮੈਂ ਫੇਰ ਕਹਿੰਦਾ ਮੈਂ ਵੀ YouTube ਤੇ ਮੈਂ ਇੱਕ ਆਪਣਾ ਕਮੈਂਟ ਪਾ ਦੇਵਾਂ, ਮੈਂ ਕਮੈਂਟ ਕਿਸੇ ਵੀ ਰੰਗਤ ਤੇ ਪਾ ਦੇਵਾਂ, ਉਹਦਾ ਮਾਇਨਾ ਕੁਛ ਨਹੀਂ ਹੁੰਦਾ। ਮੈਂ ਅੱਜ ਇਹ ਵੀ ਫੇਰ ਤੁਹਾਨੂੰ ਫੇਰ ਵੀ ਇਹ ਗੱਲ ਸਮਝਾਉਣਾ ਚਾਹੁੰਦਾ ਮੈਂ ਕਿ ਅੱਜ ਦਾ ਜਿਹੜਾ ਮਾਹੌਲ ਹੈ, ਜਿਹਦੇ ਵਿੱਚ ਕਰੋਨਾ ਵਾਇਰਸ ਹੈ, ਇਕਨੋਮੀ ਹੈ, ਜਿਹੜੀ ਐਡੀਆਂ ਵੱਡੇ ਇਸ਼ੂਜ਼ ਹੈਗੇ ਆ, ਅੱਜ ਕੱਲ ਤਾਂ ਗੱਲ ਹੀ ਸਿਰਫ ਇਹਨਾਂ ਦੀ ਕਰਨੀ ਚਾਹੀਦੀ ਹੈਗੀ ਹੈ। ਉਹਨਾਂ ਤੇ ਉਹ ਆਪਣਾ ਕਮੈਂਟ ਦੇਣ, ਉਹਨਾਂ ਤੇ ਆਪਣੇ ਸੁਝਾਅ ਦੇਣ, ਉਹਨਾਂ ਤੇ ਆਪਣਾ ਉਹ ਹਰ ਗੱਲ ਨੂੰ, ਉਹਨਾਂ ਦੇ ਮਨ ਦੇ ਵਿੱਚ ਕੀ ਗੁਜ਼ਰ ਬਸਰ ਹੋ ਰਹੀ ਹੈ ਸਾਨੂੰ ਨਹੀਂ ਪਤਾ। ਉਹ ਕਿਉਂਕਿ ਕਿਸੇ ਨਾਲ ਇਸ ਟਾਈਮ ਪੋਲੀਟੀਕਲੀ ਡਿਸਕੋਰਸ 'ਚ ਨਹੀਂ ਹੈਗੇ, ਪਰ ਜੇ ਉਹ ਪੋਲੀਟੀਕਲ ਡਿਸਕੋਰਸ ਕਰਨਾ ਚਾਹੁੰਦੇ ਆ, ਚਾਹੇ ਤੁਹਾਡੇ ਰਾਹੀਂ ਸਾਨੂੰ ਘੱਟੋ ਘੱਟ ਕੁਐਸਚਨ ਕ੍ਰਾਸ ਕੁਐਸਚਨਿੰਗ ਤਾਂ ਹੋਵੇ, ਤਾਂ ਕਿ ਪਤਾ ਚੱਲੇ ਉਹ ਕੀ ਗੱਲ ਕਰਦੇ ਆ। ਕੱਲ ਗੱਲ ਹੋ ਰਹੀ ਸੀਗੀ ਜੀ ਆਮ ਆਦਮੀ ਪਾਰਟੀ 'ਚ ਆ ਰਹੀ ਹੈ, ਅੱਜ ਪਤਾ ਲੱਗਿਆ ਜੀ ਕੋਈ ਗੱਲ ਹੀ ਹੈ ਨਹੀਂ ਇਹੋ ਜੀ। ਸੋ ਇਹ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਕਿਆਸਰਾਈਆਂ ਹੋ ਰਹੀਆਂ ਨੇ। ਇਹ ਤੇ ਅਸੀਂ ਕੁਲਤਾਰ ਸੰਧਵਾ ਹੋਣਾ ਤੋਂ ਵੀ ਪੁੱਛ ਲਾਂਗੇ ਨਾ। ਕੁਲਤਾਰ ਸੰਧਵਾ ਹੋਣੀ ਇੱਕ ਹੋਰ ਕਿਸੇ ਹੋਰ ਪਰਸਪੈਕਟਿਵ 'ਚ ਜਵਾਬ ਦੇ ਰਹੇ ਨੇ, ਆਪੇ ਉਹ ਅਸੀਂ ਉਹਨਾਂ ਤੋਂ ਵੀ ਪੁੱਛਾਂਗੇ। ਜੀ ਸਰ, ਮੇਰੀ ਬੇਨਤੀ ਤੁਹਾਨੂੰ ਪਾਟਿਆ ਸਾਹਿਬ ਇੱਕ ਹੈ ਕਿ ਤੁਸੀਂ ਬੈਟਰ ਹੈ ਵੇ ਕੁਲਤਾਰ ਸੰਧਵਾ ਕਹਿੰਦੇ 0/, ਸਨਾਟਾ ਵਾਲੀ ਗੱਲ ਹੈ, ਇਹਨਾਂ ਨੂੰ ਵੀ ਕੱਖ ਨਹੀਂ ਪਤਾ ਹੋਣਾ। ਤੁਸੀਂ ਬੈਟਰ ਹੈ ਜਾ ਕੇ ਸਿਰਫ ਔਰ ਸਿਰਫ ਸਿੱਧਾ ਨਵਜੋਤ ਸਿੱਧੂ ਨੂੰ ਪੁੱਛ ਲਵੋ। ਮੈਂ ਉਹਨਾਂ ਦੇ ਜਿਹੜੇ ਵੀ ਹੋਰ 4 ਬੰਦਿਆਂ ਦੇ ਨਾਂ ਚੱਲ ਰਹੇ ਆ ਨਾ ਜੀ, ਚਾਹੇ ਪੀਕੇ ਨੂੰ ਪੁੱਛ ਲਓ, ਚਾਹੇ ਏਕੇ ਨੂੰ ਪੁੱਛ ਲਓ, ਪਤਾ ਉਹਨਾਂ ਨੂੰ ਵੀ ਨਹੀਂ ਹੋਣਾ। ਅਸੀਂ ਨਵਜੋਤ ਸਿੱਧੂ ਨੂੰ ਬੜੀ ਕਲੋਜ਼ਲੀ ਜਾਣਦੇ ਆ। ਜੋ ਉਹਨਾਂ ਦੇ ਮੂੰਹ ਚੋਂ ਵੀ ਜਿਹੜਾ ਕਥਨ ਹੈ, ਪਤਾ ਨਹੀਂ ਕੱਲ ਨੂੰ ਉਹ ਵੀ ਕਥਨ ਫਿਰ ਪੂਰਾ ਹੋਣਾ ਕਿ ਨਹੀਂ ਹੋਣਾ। ਤੁਸੀਂ ਕਾਈਂਡਲੀ ਉਹਨਾਂ ਨੂੰ ਪੁੱਛੋ ਤਾਂ ਕਿ ਕਲੈਰਿਟੀ ਹੋ ਜਾਏ ਕਿ ਅਸੀਂ ਉਹ ਚਾਹੁੰਦੇ ਕੀ ਹੈ, ਉਹ ਕਹਿਣਾ ਕੀ ਚਾਹੁੰਦੇ ਆ, ਉਹਨਾਂ ਦੀ ਮਨੋਨੀਤੀ ਕੀ ਹੈ, ਉਹ ਕੀ ਸੋਚ ਰਿਹਾ, ਕੀ ਰਣਨੀਤੀ ਹੈ। ਪੋਲੀਟੀਕਲ ਪਲੇਅਰ ਨੇ, ਉਹ ਪੋਲੀਟੀਕਲ ਪਲੇਅਰ ਨੇ, ਉਸ ਤਰ੍ਹਾਂ ਕਈ ਪੋਲੀਟੀਕਲ ਪਲੇਅਰ ਨੇ। ਹਰ ਬੰਦਾ ਆਪਣੀ ਜਿਹੜਾ ਦਾਅ ਖੇਡਦਾ ਪਿਆ, ਉਹ ਮੈਨੂੰ ਲੱਗਦਾ ਆਪਣਾ ਦਾਅ ਖੇਡਦੇ ਪਿਆ। ਤੁਸੀਂ ਉਹਨਾਂ ਦਾ ਦਾਅ ਵਿੱਚ ਨਾ ਆਓ। ਨਹੀਂ, ਅਸੀਂ ਕਿਸੇ ਦੇ ਦਾਅ ਵਿੱਚ ਨਹੀਂ ਆਉਂਦੇ, ਅਸੀਂ ਕਿਸੇ ਦੇ ਦਾਅ ਵਿੱਚ ਨਹੀਂ ਆਉਂਦੇ, ਕਿਉਂਕਿ ਇਹ ਵੀਡੀਓ ਪੋਸਟ ਹੈ। ਅੱਜ ਜਿਹੜਾ ਉਹਨਾਂ ਤੋਂ ਬਿਨਾਂ ਜਿਹੜੀ ਆਪਣੀ ਡਿਸਕਸ਼ਨ ਹੋ ਰਹੀ ਹੈ ਨਾ, ਉਹ ਇਸ ਲਈ ਹੋ ਰਹੀ ਹੈ, ਉਹ ਇਸ ਲਈ ਹੋ ਰਹੀ ਹੈ
ਤਾਂ ਕਿ ਕਲੈਰਿਟੀ ਹੋ ਸਕੇ ਕਿ ਵਾਕਿਆ ਹੀ ਅਸਤੀਫਾ ਕਿਸ ਲਈ ਦਿੱਤਾ ਗਿਆ ਸੀਗਾ। ਇਹ ਕਲੈਰਿਟੀ। ਦੂਸਰੀ ਚੀਜ਼ ਇਹ ਗੱਲ ਹੈਗੀ, ਪਰ ਇਹਦੇ ਵਿੱਚ ਇੰਪੋਰਟੈਂਟ ਚੀਜ਼ ਇਹ ਵੀ ਹੈਗੀ ਹੈ ਸੁਬਰਮਨੀਅਮ ਸਾਹਿਬ, ਕਿ ਜਿਹੜਾ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਿਆ, ਕਿਉਂਕਿ ਇਹ ਜਿਹੜਾ ਹਫਤਾ ਚੱਲ ਰਿਹਾ, ਜੂਨ ਦਾ ਪਹਿਲਾ ਹਫਤਾ ਚੱਲ ਰਿਹਾ, ਜਿਹੜਾ 36 ਸਾਲ ਪੁਰਾਣਾ ਦੁੱਖ ਹੈਗਾ ਪੰਜਾਬ ਦਾ, ਲੋਕ ਉਹਨੂੰ ਵੀ ਯਾਦ ਕਰ ਰਹੇ ਨੇ। ਔਰ ਉਸ ਦੇ ਨਾਲ ਜਿਹੜੀ 3.5 ਸਾਲ ਤੋਂ ਚੱਲ ਰਹੀ ਹੈ ਕਿ CBI ਕਲੋਜ਼ਰ ਰਿਪੋਰਟ ਫਾਈਲ ਕਰ ਦਿੰਦੀ ਹੈ, SIT ਬਣ ਜਾਂਦੀ ਹੈ, ਜਾਂਚ ਨਹੀਂ ਹੋ ਪਾਦੀ। ਲੋਕਾਂ ਦੇ ਸਵਾਲ ਇਹ ਵੀ ਹੈਗੇ ਆ। ਬਲਟੋਆ ਸਾਹਿਬ ਕੁਝ ਕਹਿ ਰਹੇ ਸੀ ਜੀ। ਪਮਲ ਜੀ, ਸੁਬਰਾਮਣੀਅਮ ਸਾਹਿਬ ਨੇ ਕੁਝ ਕਮੈਂਟ ਇਸ ਤਰ੍ਹਾਂ ਦੇ ਕੀਤੇ ਆ ਕਿ ਮੈਂ ਉਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੋ ਗਿਆ। ਇਹਨਾਂ ਤੇ ਇੰਦਰਾ ਗਾਂਧੀ ਜੀ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਵਾਸਤੇ ਬਰੀ ਕਰਤੀ, ਤੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜਿਹੜੇ ਇੰਦਰਾ ਗਾਂਧੀ ਦੇ ਬਾਡੀਗਾਰਡ ਸੀ, ਜਿਨ੍ਹਾਂ ਨੂੰ ਇੰਦਰਾ ਗਾਂਧੀ ਕਤਲ ਕਰਨਾ ਪਿਆ, ਜਿਹਦੀ ਰੱਖਿਆ ਵਾਸਤੇ ਲੱਗੇ ਸੀ, ਜਿਹਦੇ ਨਾਲ ਰਹਿੰਦੇ ਸੀ, ਤੇ ਜਿਨ੍ਹਾਂ ਦਾ ਅਕੀਦਾ ਇਹ ਸੀ ਕਿ ਜੇ ਇੰਦਰਾ ਗਾਂਧੀ ਉੱਤੇ ਹਮਲਾ ਹੋਊ ਤੇ ਅਸੀਂ ਸਭ ਤੋਂ ਪਹਿਲਾਂ ਆਪ ਗੋਲੀ ਚਲਾਂਗੇ, ਉਹਨਾਂ ਨੂੰ ਉਹਦੇ ਕਾਤਲ ਬਣਨਾ ਪਿਆ। ਕਿਉਂ ਬਣਨਾ ਪਿਆ? ਇੰਦਰਾ ਗਾਂਧੀ ਨੇ ਗਨਾਹ ਹੀ ਡਬਲ ਕੀਤਾ ਸੀ। ਤੁਸੀਂ ਰਾਜੀਵ ਗਾਂਧੀ ਨੂੰ ਵੀ ਸਾਬ ਨਹੀਂ ਕਰਤਾ ਕਿ ਜਿਹੜਾ 84 ਦਾ ਸਿੱਖ ਕਤਲੇਆਮ ਹੋਇਆ, ਗਲਾਂ 'ਚ ਟਾਇਰ ਪਾ ਕੇ ਜਿੰਨਾ ਸਿੱਖ ਸਾਰਦੇ ਨਿਕਲੀ ਕਰਦੇ ਕਰੀ ਕਰ ਦਿੱਤਾ। ਰਾਜੀਵ ਗਾਂਧੀ ਨੇ ਕਿਹਾ ਸੀ ਜਦੋਂ ਵੱਡਾ ਰੁੱਖ ਡਿੱਗਦਾ ਹੈ ਤੇ ਧਰਤੀ ਹਿੱਲਦੀ ਹੈ, ਹਜ਼ਾਰਾਂ ਸਿੱਖਾਂ ਦੇ ਨਾਲ ਦੀ ਨਾਲ ਨਹੀਂ ਕਿਹਾ ਸੀ। ਤੁਸੀਂ ਕਰੈਕਟ ਆਪਣੇ ਆਪ ਨੂੰ ਕਰੈਕਟ ਕਰੋ ਹਰ ਇੱਕ ਚੀਜ਼ ਨੂੰ। ਕਦੋਂ ਕਿਹਾ ਸੀਗਾ? ਸਿੱਖਾਂ ਦੇ ਕਤਲੇਆਮ ਵਾਸਤੇ, ਸਿੱਖਾਂ ਦੇ ਕਮਾਈ। ਬਲਟੋਆ ਸਾਹਿਬ ਜੀ ਬਲਟੋਆ ਸਾਹਿਬ ਦੇਖੋ, ਤੁਹਾਡੀ ਜਿਸ ਘਟਨਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਤੁਹਾਡਾ ਪੁਆਇੰਟ ਆ ਚੁੱਕਿਆ ਸੀ। ਗੱਲ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਅੱਜ ਦੀ ਡੇਟ 'ਚ, ਅੱਜ ਦੇ ਦਿਨ ਕਰ ਰਹੇ। ਇਸ ਮੁੱਦੇ ਦੇ ਉੱਤੇ ਜ਼ਰੂਰ ਅਸੀਂ ਬਹਿਸ ਰੱਖਾਂਗੇ, ਔਰ ਸਿਰਫ ਇਸੇ ਮੁੱਦੇ ਦੇ ਉੱਤੇ ਬਹਿਸ ਕਰਾਂਗੇ ਕਿ 84 ਦੇ ਜਿਹੜੇ ਜ਼ਖਮ ਹੈਗੇ ਉਹਨਾਂ ਤੇ ਮਲਹਮ ਕਦੋਂ ਲੱਗੇਗੀ ਔਰ ਕਿਸ ਸਮੇਂ ਲੱਗੇ, ਕਿਉਂਕਿ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਇਸ ਦੇ ਵਿੱਚ ਇਨਵੋਲਵ ਹੈਗੇ, ਸਾਰੇ ਜਾਣਦੇ ਨੇ। ਠੀਕ, ਕੁਲਤਾਰ ਜੀ ਕੁਝ ਕਹਿ ਰਹੇ ਸੀਗੇ। ਨਹੀਂ, ਮੈਂ ਤੇ ਇਹੀ ਗੱਲ ਕਹਿਣ ਲੱਗਿਆ ਵੀ ਮੈਂ ਮੇਰੇ ਵੀਰ ਸੁਬਰਾਮਣੀਅਮ ਸਵਾਮੀ ਜੀ ਨੂੰ, ਮੇਰੇ ਤਾਂ ਕੋਟਪੂਰੇ ਦੇ ਨੇ, ਮੈਂ ਤਾਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਭਾਵੇਂ ਜਿੱਦਾਂ ਮਰਜ਼ੀ ਗੱਲ ਕਹਿ ਲਓ, ਤੁਸੀਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ, ਤੁਸੀਂ ਰਾਜੀਵ ਗਾਂਧੀ ਜੀ ਨੂੰ ਇਸ ਗੁਨਾਹ ਤੋਂ ਮੁਕਤ ਨਹੀਂ ਕਰ ਸਕਦੇ। ਉਹਨਾਂ ਤੋਂ ਇਹ ਗੁਨਾਹ ਹੋਇਆ। ਸ਼੍ਰੀਮਤੀ ਇੰਦਰਾ ਗਾਂਧੀ ਸਿੱਖਾਂ ਤੋਂ ਬਹੁਤ ਡਰਦੀ ਸੀ, ਸਿੱਖਾਂ ਦੀ ਇੱਜ਼ਤ ਕਰਦੀ ਸੀ, ਲੇਕਿਨ ਪੰਜਾਬ ਤੋਂ ਕਿਹੜੇ ਲੋਕ ਉਹਨਾਂ ਕੋਲ ਗਏ ਜਿਨ੍ਹਾਂ ਨੇ ਕਿਹਾ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਾਨੂੰ ਉੱਥੇ ਵੜਨ ਨਹੀਂ ਦਿੰਦਾ, ਤੁਸੀਂ ਆਓ ਉੱਥੇ ਤੇ ਹਮਲਾ ਕਰੋ, ਉਹਨੂੰ ਕੱਢੋ ਵਿੱਚੋਂ। ਇਸ ਚੀਜ਼ ਦੀ ਇਨਕੁਆਇਰੀ ਹੋਣ ਵਾਲੀ ਹੈ। ਇਹ ਚੀਜ਼ ਨੂੰ ਮਤਲਬ ਇਨਕੁਆਇਰੀ ਨਹੀਂ, ਇਸ ਚੀਜ਼ ਨੂੰ ਤੁਸੀਂ ਓਪਨ ਡੋਮੇਨ 'ਚ ਲੈ ਕੇ ਆਓ ਨਾ। ਤੁਸੀਂ ਇਹ ਦੱਸੋ ਨਾ ਵੀ ਇਹ ਹਾਲਾਤ ਕਿਉਂ ਬਣੇ, ਉਦੋਂ ਇਹ ਕਿਉਂ ਬਣੇ। ਲੇਕਿਨ ਸਾਰੀ ਡਿਸਕਸ਼ਨ ਕਰ ਲਾਂਗੇ ਤੁਸੀਂ ਇੰਦਰਾ ਗਾਂਧੀ ਔਰ ਕੁਲਤਾਰ ਜੀ ਜਿਸ ਸਮੇਂ ਕੁਲਤਾਰ ਜੀ ਠੀਕ ਹੈ ਕੁਲਤਾਰ ਜੀ ਨਹੀਂ ਕਰੇਗਾ, ਕਦੇ ਬਰੀ ਨਹੀਂ ਕਰੇਗਾ। ਕੁਲਤਾਰ ਜੀ ਤੁਹਾਡੇ ਬਜ਼ੁਰਗ ਗਿਆਨੀ ਜੀ ਵੀ ਉਹਦੇ 'ਚ ਇਨਵੋਲਵਡ ਨੇ। ਫਿਰ ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਤੁਸੀਂ ਅਸਤੀਫਾ ਕਿਉਂ ਨਹੀਂ ਦਿੱਤਾ? ਮੈਂ ਪੁੱਛਿਆ ਸੀ ਉਹਨਾਂ ਨੂੰ। ਤੁਸੀਂ ਫੈਕਟ ਬੋਲਦੇ ਹੋ ਤੁਹਾਡੇ ਅਗੇਂਸਟ ਉਹਨਾਂ ਦੇ। ਉਹ ਜਿਹੜੇ ਪੰਜਾਬ ਦੀ ਜਿਹੜੀ ਪੰਜਾਬ ਦੇ ਮਾਹੌਲ ਖਰਾਬ ਕੀਤੇ, ਉਹਦੇ 'ਚ ਗਿਆਨੀ ਜੀ, ਦਰਬਾਰਾ ਸਿੰਘ, ਉਹਨਾਂ ਦੀ ਆਪਸ ਦੀ ਲੜਾਈ ਇੱਕ ਪਾਰਟ ਹੈਗਾ ਵਾ। ਬਾਦਲ ਸਾਹਿਬ ਉਹਦੇ ਵਿੱਚ ਪਾਰਟ ਹੈਗੇ ਆ। ਤੁਸੀਂ ਕੀ ਗੱਲਾਂ ਕਰਦੇ ਹੋ? ਇਹ ਕਿਹੜੀਆਂ ਗੱਲਾਂ ਸਾਨੂੰ ਭੁੱਲ ਕੇ ਸੁਣਾਉਂਦੇ ਪਏ ਹੋ ਵੀ ਜਾਂ ਤਾਂ ਕੁਲਤਾਰ ਜੀ ਮੈਂ ਤੁਹਾਨੂੰ ਇੱਕ ਸਵਾਲ, ਕੁਲਤਾਰ ਜੀ ਤੁਸੀਂ ਇਸ਼ੂ ਪਟਕ ਰਹੇ ਹੁਣ ਇਸ ਟਾਈਮ ਡਿਬੇਟ। ਹਾਂ ਬਿਲਕੁਲ ਕੁਲਤਾਰ ਜੀ ਤੁਸੀਂ ਇਸ਼ੂ ਨੂੰ ਦੂਸਰੇ ਪਾਸੇ ਲੈ ਕੇ ਜਾ ਰਹੇ ਹੋ। ਕੁਲਤਾਰ ਜੀ ਤੁਸੀਂ ਇਸ ਇਸ਼ੂ ਨੂੰ ਦੂਸਰੇ ਪਾਸੇ ਲੈ ਕੇ ਜਾ, ਬੇਅਦਬੀਆਂ ਦੀਆਂ ਜਦੋਂ ਘਟਨਾਵਾਂ ਹੁੰਦੀਆਂ ਨੇ ਉਸ ਸਮੇਂ ਵੀ ਕੋਟਕਪੁਰਾ ਦੇ ਵਿੱਚ ਵੀ ਉਹਦਾ ਸੇਕ ਸਭ ਤੋਂ ਜ਼ਿਆਦਾ ਹੁੰਦਾ। ਤੁਸੀਂ ਉਸ ਸਮੇਂ ਵੀ ਉੱਥੇ ਮੌਜੂਦ ਹੈਗੇ ਸੀਗੇ। ਕਿਆ ਤੁਹਾਨੂੰ ਲੱਗਦਾ ਕਿ ਉਹ ਤੁਸੀਂ ਕਹਿ ਰਹੇ ਹੋ ਕਿ ਉਸ 84 ਦੇ ਦੋਸ਼ੀ ਮਾਫ ਨਹੀਂ ਹੋਣੇ? ਬਿਲਕੁਲ ਨਹੀਂ ਹੋਣੇ। ਕਿਆ ਤੁਹਾਨੂੰ ਲੱਗਦਾ ਬੇਅਦਬੀਆਂ ਦੇ ਦੋਸ਼ੀ ਮਾਫ ਨਹੀਂ ਹੋਣੇ, ਜਾਂ ਬੇਅਦਬੀਆਂ ਦਾ ਇਨਸਾਫ ਮੰਗਣਾ ਆਮ ਆਦਮੀ ਪਾਰਟੀ ਨੇ ਵੀ ਛੱਡ ਦਿੱਤਾ, ਜਿਹੜਾ ਹੁਣ ਤੁਸੀਂ ਉਸ ਗੱਲ ਤੇ ਆ ਨਹੀਂ ਰਹੇ? ਨਹੀਂ, ਮੈਂ ਬਿਲਕੁਲ ਮੰਗਦੇ ਆ ਜੀ। ਅਸੀਂ ਕਿਉਂ ਨਹੀਂ? ਅਸੀਂ ਤਾਂ ਇਨਸਾਫ ਲੈਣਾ ਹੈ। ਸੱਚੇ ਪਾਤਸ਼ਾਹ ਨੇ ਡਿਊਟੀ ਸਾਡੀ ਲਾਉਣੀ ਹੈ। ਅਸੀਂ ਇਨਸਾਫ ਲੈ ਕੇ ਦੇਵਾਂਗੇ। ਇਹਨਾਂ ਨੇ ਰਾਜਨੀਤੀ ਕੀਤੀ ਹੈ, ਅਸੀਂ ਇਨਸਾਫ ਲੈ ਕੇ ਦੇਵਾਂਗੇ। ਅਸੀਂ ਦੇਖਾਂਗੇ ਵੀ ਉਦੋਂ ਜਿਹੜੀਆਂ ਗੋਲੀਆਂ, ਇਹ ਸਿਰਫ ਬਿਆਨ ਦੀ ਗੱਲ ਹੀ ਨਾ ਹੈਗੀ। ਜੇ ਨਵਜੋਤ ਸਿੱਧੂ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਤੇ ਘੱਟੋ ਘੱਟ ਫਿਰ ਇਸ ਚੀਜ਼ ਦੀ ਸ਼ਲਾਘਾ ਵੀ ਹੋਣੀ ਚਾਹੀਦੀ ਹੈ ਵੀ ਉਹਨਾਂ ਨੇ ਬੇਅਦਬੀ ਦਾ ਜ਼ਿਕਰ ਕੀਤਾ ਤੇ ਸਹੀ। ਫਿਰ ਆਪੋਜੀਸ਼ਨ 'ਚ ਤੁਸੀਂ ਵੀ ਬੈਠੇ ਹੋ, ਤੁਸੀਂ ਤੇ ਜ਼ਿਕਰ ਕਰ ਨਹੀਂ ਰਹੇ। ਮੈਂ ਬਿਲਕੁਲ 86 ਦੀ ਵੀ ਕੀਤੀ ਆ। 86 ਦੀ ਵੀ ਇਸੇ ਤਰ੍ਹਾਂ ਬੇਇੱਜ਼ਤੀ ਹੋਈ ਸੀ। 86 ਚ ਇਸੇ ਕਮਿਸ਼ਨ ਬਣਿਆ ਸੀ, ਦੋ ਬੰਦਿਆਂ ਨੇ ਸੋ ਅਸੀਂ ਇਸ ਕੋਟਕਪੂਰਾ ਦੀ ਬੇਅਦਬੀ ਦੀ ਵੀ ਗੱਲ ਕਰਦੇ ਆ। ਅਸੀਂ ਵਿਧਾਨ ਸਭਾ ਦੇ ਵਿੱਚ ਵੀ ਮੰਗ ਕੀਤੀ ਆ। ਅਸੀਂ ਹਰੇਕ ਸੱਥ ਦੇ ਵਿੱਚ ਗੱਲ ਕਰਦੇ ਆ
ਹਰ ਜਗ੍ਹਾ ਜਾ ਕੇ ਗੱਲ ਕਰਦੇ ਆ। ਅਸੀਂ ਬਰਗਾੜੀ ਦੀ ਪੱਖ ਉੱਥੇ ਮੈਂ ਜਾ ਕੇ ਆਇਆ, ਉੱਥੇ ਵੀ ਗੱਲ ਕੀਤੀ ਹੈ ਔਰ ਸਾਰਿਆਂ ਨੇ ਕਿਹਾ ਵੀ ਸੰਧਵਾ ਸਾਹਿਬ ठीक है ठीक है ठीक है। रमन जी कुछ कह रहे ने, रमन जी कुछ कह रहे ने, रमन जी सवाल कर रहे ने ਤੁਹਾਨੂੰ। रमन जी ਸੰਧਵਾ ਸਾਹਿਬ ਜਦੋਂ ਇਹ ਬੇਅਦਬੀ ਦਾ ਹੋਇਆ ਉੱਥੇ ਕਾਰਾ ਹੋਇਆ, ਉਦੋਂ ਇਹ ਪੋਲੀਟੀਕਲੀ ਬੜੇ ਐਕਟਿਵ ਸੀਗੇ, ਮੈਂ ਇਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦਾ ਮੈਂ, ਔਰ ਉਸ ਤੋਂ ਬਾਅਦ ਇਹ ਉੱਥੋਂ ਇਲੈਕਟ ਹੋ ਕੇ ਐਜ਼ MLA ਵੀ ਬਣ ਗਏ। ਮੈਨੂੰ ਕਿਰਪਾ ਕਰਕੇ ਸੰਧਵਾ ਸਾਹਿਬ ਇਹ ਦੱਸਣ ਕਿ ਵੀ ਤੁਸੀਂ ਹੱਜ ਤੱਕ ਕਿਹੜਾ ਇਹੋ ਜਿਹਾ ਸਬੂਤ, ਕਿਹੜਾ ਇਹੋ ਜਿਹਾ ਕੰਮ ਕੀਤਾ ਜਿਹੜਾ ਡਿਸਾਈਸਿਵਲੀ ਇਸ ਚੀਜ਼ ਨੂੰ ਕਨਵਿਕਸ਼ਨ ਵਾਲੇ ਪਾਸੇ ਤੁਰਦਾ ਹੋਵੇ। ਤੁਹਾਡਾ ਰੋਲ ਐਜ਼ ਅ MLA ਅੱਜ ਤੋਂ ਬਾਅਦ ਗੱਲਾਂ ਕਰਨੀਆਂ ਨਹੀਂ, ਜਿਹੜਾ ਕ੍ਰਾਈਮ ਨੂੰ ਪ੍ਰੂਵ ਕਰਨ ਦੇ ਲਈ ਜਿਹੜਾ ਤੁਹਾਨੂੰ ਕੋਈ ਸਬਸਟੈਂਸ ਚਾਹੀਦਾ, ਤੁਹਾਡਾ ਅੱਜ ਦੀ ਡੇਟ 'ਚ ਕੀ ਰੋਲ ਹੈ? ਤੁਸੀਂ ਕਿਹਦੇ ਨਾਲ ਕੰਟੈਕਟ ਕੀਤਾ, ਕਿਹਦੇ ਕੋਲੇ ਗਏ? ਤੁਸੀਂ ਉਦੋਂ ਜਿਸ ਦਿਨ ਉੱਥੇ ਗੋਲੀ ਚੱਲੀ ਤੁਸੀਂ ਕਿੱਥੇ ਸੀਗੇ? ਤੁਸੀਂ ਉੱਥੇ ਕਿਉਂ ਨਹੀਂ ਉਹਨਾਂ ਲੋਕਾਂ ਦੇ ਵਿੱਚ, ਤੁਸੀਂ ਤੁਹਾਨੂੰ ਸੱਟਾਂ ਨਹੀਂ ਵੱਜੀਆਂ ਕਿਉਂ ਨਹੀਂ? ਤੁਸੀਂ ਉੱਥੇ ਆ ਕੇ ਖੜੇ ਹੋਏ? ਤੁਸੀਂ ਅੱਜ ਦੀ ਡੇਟ 'ਚ ਗੱਲਾਂ ਦੇਖੋ, ਮੈਨੂੰ ਆਮ ਆਦਮੀ ਪਾਰਟੀ ਨੂੰ ਮੈਂ ਜਿੰਨੀ ਤਰ੍ਹਾਂ ਚੰਗੀ ਤਰ੍ਹਾਂ ਜਾਣਦਾ, ਮੈਂ ਤੁਹਾਡੀ ਪੈਕੇਜਿੰਗ ਹੀ ਪੈਕੇਜਿੰਗ ਹੈ, ਝੂਠ ਦੇ ਪੁਲਿੰਦਾ ਵੈ। ਤੁਸੀਂ ਦੱਸੋ ਤੁਹਾਡਾ ਰੋਲ ਕੀ? ਅੱਜ ਆਪਾਂ ਸਾਰੇ ਬੈਠੇ ਇੱਥੇ ਡਿਬੇਟ ਤੇ, ਤੁਸੀਂ ਆਪਣਾ ਰੋਲ ਸਪੈਸੀਫਾਈ ਕਰੋ ਐਜ਼ MLA ਆਫ ਕੋਟਕਪੂਰਾ, ਤੁਹਾਡਾ ਕੀ ਸੀਗਾ? ਹੁਣ ਸੁਣ ਲਓ, ਜਿਸ ਦਿਨ ਬੇਅਦਬੀ ਹੁੰਦੀ ਹੈ ਧਰਨਾ ਲੱਗਦਾ, ਅਸੀਂ ਧਰਨੇ 'ਚ ਸ਼ਾਮਲ ਹੁੰਦੇ ਆ। ਉੱਥੇ 5 ਗਰਾਈ ਜਾਮ ਲੱਗਿਆ, ਬੋਲਦੇ ਹੋ ਤੁਸੀਂ, ਬੋਲ ਲਿਆ ਬਹੁਤ, ਹਰ ਥਾਂ ਝੂਠ, ਤੁਹਾਡੇ ਨੇਤਾ ਵੀ ਝੂਠ, ਤੁਸੀਂ ਵੀ ਝੂਠ ਬੋਲਦੇ ਹੋ। ਅਸੀਂ ਬਰਗਾੜੀ ਗਏ, ਅਸੀਂ ਬਾਈਬਲ ਗਏ, ਅਸੀਂ 5 ਗਰਾਈ ਧਰਨੇ 'ਚ ਗਏ, ਔਰ ਜਿਸ ਦਿਨ ਗੋਲੀ ਚੱਲਦੀ ਹੈ ਉਸ ਦਿਨ ਜਦੋਂ ਮੈਂ ਸਾਈਕਲ ਚੱਕ ਕੇ ਤੁਰਿਆ, ਮੈਨੂੰ ਗੁਰਪ੍ਰੀਤ ਸਿੰਘ ਚੰਦਬਾਜਾ ਦਾ ਫੋਨ ਆਇਆ, ਕਹਿੰਦੇ ਉੱਥੇ ਗੋਲੀ ਚੱਲ ਗਈ ਆ, ਉੱਥੇ ਜਾਣ ਦਾ ਫਾਇਦਾ ਨਹੀਂ ਕੋਈ, ਆਪਾਂ ਮੈਡੀਕਲ ਕਾਲਜ ਚੱਲੀਏ। ਮੈਂ ਮੈਡੀਕਲ ਕਾਲਜ ਗਿਆ ਸਾਡੀ ਟੀਮ ਦੇ ਨਾਲ, ਉੱਥੇ ਜਾ ਕੇ ਸਾਰੇ ਜ਼ਖਮੀਆਂ ਨੂੰ ਸਾਂਭਿਆ ਔਰ ਉੱਥੇ ਪਤਾ ਲੱਗਿਆ। ਮੈਂ ਇੱਕ ਪੁਲਿਸ ਵਾਲਾ ਜਿਹੜਾ ਜ਼ਖਮੀ ਸੀ ਉਹਨੂੰ ਪੁੱਛਿਆ, ਮੈਂ ਕਿਹਾ ਬਾਈ ਜੀ ਇਹ ਗੱਲ ਕੀ ਹੋਈ, ਤੁਸੀਂ ਵੀ ਜ਼ਖਮੀ ਹੋ, ਬਾਕੀ ਉੱਥੇ ਕਤਲ ਵੀ ਹੋ ਗਏ ਆ। ਉਹਨੇ ਰੋਂਦਿਆਂ ਮੈਨੂੰ ਦੱਸਿਆ, ਕਹਿੰਦਾ ਜੀ ਅਸੀਂ ਪੁਲਿਸ ਵਾਲਿਆਂ ਨੂੰ, ਸਾਡੇ ਅਫਸਰਾਂ ਨੂੰ ਬਹੁਤ ਕਿਹਾ ਵੀ ਸੰਗਤ ਨਾਮ ਜਪੀ ਜਾਂਦੀ ਹੈ, ਕਿਸੇ ਨੂੰ ਕੁਝ ਨਹੀਂ ਕਹਿੰਦੇ, ਆਪਾਂ ਇਹਨਾਂ ਨੂੰ ਨਾ ਛੇੜੀਏ, ਪਰ ਕਹਿੰਦਾ ਮੰਨੇ ਨਹੀਂ। ਪਤਾ ਨਹੀਂ ਉਹਨਾਂ ਦੇ ਕੀ ਪ੍ਰੈਸ਼ਰ ਸੀ, ਉਹਨਾਂ ਨੇ ਜਾਣਬੁੱਝ ਕੇ ਉੱਥੇ ਗੋਲੀ ਚਲਾਈ। ਅੱਛਾ, ਫਿਰ ਉਸ ਤੋਂ ਬਾਅਦ ਜਿਹੜੇ ਮੇਰੀ ਤੁਸੀਂ ਗੱਲ ਕਰਦੇ ਸੀ ਕਿਹਨੂੰ ਅਪਰੋਚ ਕੀਤਾ, ਅਸੀਂ ਸਾਡੇ ਆਨਰੇਬਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੇ ਮੈਂ ਕੱਲਾ ਵੀ ਗਿਆ 2-3 ਵਾਰ। ਮੈਂ ਉਹਨਾਂ ਨੂੰ ਕਿਹਾ ਤੁਸੀਂ ਅਣਪਛਾਤੀ ਪੁਲਿਸ ਦਾ ਪਤਾ ਲਾ ਸਕਦੇ ਹੋ, ਤੁਸੀਂ ਜਿਨ੍ਹਾਂ ਨੇ ਗੋਲੀਆਂ ਟੈਂਪਰ ਕੀਤੀਆਂ ਕਸਟਡੀ ਦੇ ਵਿੱਚ, ਤੁਸੀਂ ਉਹਨਾਂ ਦਾ ਪਤਾ ਲਾ ਸਕਦੇ ਹੋ, ਤੁਸੀਂ ਇਹ ਤਾਂ ਦੇਖ ਸਕਦੇ ਹੋ ਕਿਹੜੇ ਅਫਸਰ ਨੇ ਆਪਦੀ ਜੀਪ ਦੇ ਉੱਤੇ ਆਪ ਗੋਲੀਆਂ ਮਾਰ ਕੇ ਉਹ ਜਿਹੜਾ ਜਾਲੀ ਹਮਲਾ ਬਣਾਉਣ ਦੀ ਕੋਸ਼ਿਸ਼ ਕੀਤੀ, ਤੁਸੀਂ ਉਹਨਾਂ ਦਾ ਪਤਾ ਲਾ ਸਕਦੇ ਹੋ। ਤੁਸੀਂ ਇਹ ਵੀ ਦੱਸ ਸਕਦੇ ਹੋ ਵੀ ਉਹ ਜਿਹੜਾ ਮੁੰਡਾ ਵਿਚਾਰਾ ਲੰਗਰ ਵਰਤਾ ਰਿਹਾ ਸੀ, ਉਹਨੂੰ ਗੋਲੀ ਕਿਸ ਗੱਲੋਂ ਮਾਰੀ ਗਈ, ਤੁਸੀਂ ਇਹਦਾ ਪਤਾ ਲਾ ਸਕਦੇ ਹੋ। ਤੁਹਾਡੀਆਂ ਗੱਲਾਂ ਸੌਖੀਆਂ, ਅਸੀਂ ਪਿੰਡੇ ਤੇ ਹੰਡਾਇਆ, ਸਾਨੂੰ ਪਤਾ ਸਾਡੇ ਬੰਦੇ ਨੇ, ਤੁਸੀਂ ਉਹਨਾਂ ਨੂੰ ਆਪਣਾ ਨਹੀਂ ਸਮਝਦੇ, ਤੁਸੀਂ ਰਾਜਨੀਤੀ ਕਰਦੇ ਹੋ। ਜਦੋਂ ਇਲੈਕਸ਼ਨ ਉਹਦੇ ਵਿੱਚ ਲਿਖਾ ਕੇ ਲੈ ਲਓ, ਇਲੈਕਸ਼ਨਾਂ ਤੋਂ 2 ਮਹੀਨੇ ਪਹਿਲਾਂ ਤੁਹਾਡਾ ਫਿਰ ਕੋਰਟ ਵਿਜੇ ਬਿਆਨ ਦੇਊਗਾ, ਫਿਰ ਕੁਝ ਨਾ ਕੁਝ ਰਾਜਨੀਤੀ ਕਰੋਗੇ ਤੁਸੀਂ, ਫਿਰ ਤੇ ਤੁਸੀਂ ਵੋਟਾਂ ਇਕੱਠੀਆਂ ਕਰਨੀਆਂ ਜਾਣਦੇ ਹੋ ਔਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਤੁਹਾਡਾ। रमन सुब्रमण्यम कुछ कह रहे ने, जवाब दे रहे हैं। कमल जी मैं बैठा है बिल मैं बलटोआ साहब 1 मिनट आ गया, बस 1 सेकंड जी। ਸੰਧਵਾ ਸਾਹਿਬ ਰਖਤੇ ਜਿਹੜਾ ਵੈ और रिप्लाई कर रहे सी कि मैं ਤਾਂ ਉਹਨਾਂ ਨੂੰ ਮੌਕਾ ਦਿੱਤਾ, ਬਸ 1 ਮਿੰਟ। ਹਾਂ, ਕੁੱਤੀ ਰੱਖ ਤੇ ਮੈਂ ਹੱਥ ਰੱਖ ਦਿੱਤਾ ਵੈ। ਤੁਸੀਂ ਇਹਨਾਂ ਦੀ ਸਾਰੀ ਗੱਲ ਦੇਖ ਲਈ ਵੀ ਇਹਨਾਂ ਨੇ ਕੀ ਕੀਤਾ। ठीक है बलटोआ साहब ਤੂੰ ਗੱਲ ਕਰ ਲੈਂਦੇ ਹੋ ਪਾਟਿਆ ਜੀ, ਮੈਂ ਗੱਲ ਕੰਪਲੀਟ ਨਹੀਂ ਕੀਤੀ, ਇਹ ਵਿੱਚ ਬੋਲ ਪਏ ਨੇ। ਮੈਂ ठीक है जल्दी कर लो रमन जी, क्योंकि ਸਾਡੇ ਕੋਲ ਸਮਾਂ ਵੀ ਘਟ ਰਿਹਾ। ਹਾਂ, ਸੰਧਵਾ ਸਾਹਿਬ ਨੇ ਤੁਹਾਡੇ ਸਾਹਮਣੇ ਜੋ ਕੁਝ ਕੀਤਾ ਇਹਨਾਂ ਨੇ ਦੱਸ ਦਿੱਤਾ। ਇਹਦੇ ਵਿੱਚ ਕਿਸੇ ਤਰ੍ਹਾਂ ਵੀ ਉਸ ਕਨਵਿਕਸ਼ਨ ਦੇ ਵਿੱਚ ਇਹਨਾਂ ਦੇ ਰੋਲ ਦੀ ਕੋਈ ਹੈਲਪ ਨਹੀਂ ਗਈ। ਇੱਕ ਕਾਮਨ ਮੈਨ ਦਾ ਰੋਲ ਅਪਣਾ ਰਹੇ ਸੀਗੇ, ਨਾ ਇਹਨਾਂ ਨੇ ਫੈਕਟ ਕ੍ਰੀਏਟ ਕੀਤੇ, ਨਾ ਇਹਨਾਂ ਨੇ ਪ੍ਰੂਫ ਕ੍ਰੀਏਟ ਕੀਤੇ। ਨੰਬਰ 1 ਇਹ ਗੱਲ ਨੂੰ ਸਮਝਣ ਦੀ ਲੋੜ ਹੈ, ਇਹ ਗੱਲ ਨੂੰ ਅਕਲਮੰਦੀ ਨਾਲ ਸਮਝਣ ਦੀ ਲੋੜ ਹੈ। ਭਾਵਨਾ ਦੇ ਨਾਲ ਭਾਵਨਾ ਦੇ ਵਿੱਚ ਬਹਿ ਕੇ ਗੱਲ ਕਰਨ ਦੀ ਲੋੜ ਨਹੀਂ ਹੈ। ਬਸ ਮੈਂ ਇੰਨਾ ਹੀ ਦੱਸਣਾ ਚਾਹੁੰਦਾ ਪਾਟਿਆ ਸਾਹਿਬ। ਪਰ ਰਮਨ ਜੀ ਇਹਦੇ ਵਿੱਚ ਇਹ ਵੀ ਚੀਜ਼ ਹੈਗੀ ਹੈ, ਲੋਕ ਭਾਵਨਾਵਾਂ ਦੇ ਵਿੱਚ ਲੋਕ ਬਹਿ ਜਾਂਦੇ ਨੇ, ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮਸਲਾ ਹੈਗਾ। ਦੂਸਰੀ ਗੱਲ, ਕਿਸੇ ਇੰਡੀਵਿਜੂਅਲ ਦਾ ਰੋਲ ਕੀ ਹੈਗਾ, ਇਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਗਵਰਨਮੈਂਟ ਦਾ ਰੋਲ ਕੀ ਹੈਗਾ ਜਿਹਨੇ ਇਨਵੈਸਟੀਗੇਸ਼ਨ ਕਰਨੀ ਸੀ। ਬਲਟੋਆ ਸਾਹਿਬ ਪਾਟਿਆ ਜੀ ਮੈਂ ਤੁਹਾਡੇ ਕੋਲ ਦੁਬਾਰਾ ਬਲਟੋਆ ਸਾਹਿਬ ਠੀਕ ਹੈ, 1 ਮਿੰਟ ਤੁਸੀਂ ਪਹਿਲੇ ਬਲਟੋਆ ਸਾਹਿਬ ਦਾ ਜਵਾਬ ਸੁਣ ਲਓ। ਆਪਦਾ ਕੋਈ ਰੋਲ ਨਹੀਂ ਸੀ। ਠੀਕ ਹੈ ਬਲਟੋਆ ਸਾਹਿਬ, ਮੇਰੀ ਬੇਨਤੀ ਇੰਨੀ ਕੁ ਹੈ ਜੀ, ਇਹਨਾਂ ਨੇ ਮੰਦਭਾਗੀ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਬਹੁਤ ਸਿਆਸਤ ਕਰ ਲਈ, ਕਾਂਗਰਸ ਨੇ ਵੀ ਕੀਤੀ,
ਅਸੀਂ ਕਹਿੰਦੇ ਉਹਦੀ ਗੱਲ ਹੋਣੀ ਚਾਹੀਦੀ ਹੈ, ਬੇਅਦਬੀ ਦੀਆਂ ਘਟਨਾਵਾਂ ਦੀ ਹੋਣੀ ਚਾਹੀਦੀ ਹੈ, ਦੋਸ਼ੀਆਂ ਬਾਰੇ ਰੌਲਾ ਪਾਉਣਾ ਚਾਹੀਦਾ ਹੈ ਔਰ ਉਹ ਇਨਸਾਫ ਲੈਣ ਦੀ ਗੱਲ ਕਰਨੀ ਚਾਹੀਦੀ, ਕੋਈ ਇਤਰਾਜ਼ ਨਹੀਂ। ਪਰ ਘੁਮਾ ਕੇ ਫਰਾ ਕੇ ਸਿੱਧੇ ਰੂਪ ਚ ਉਸ ਸ਼੍ਰੋਮਣੀ ਅਕਾਲੀ ਦਲ ਨੂੰ ਦੋਸ਼ੀ ਠਹਿਰਾਉਣਾ ਕਿ ਜੀ ਵੋਟਾਂ ਦੀ ਲੈਣ ਦੀ ਖਤਰ ਕਰਤਾ ਸੀ। ਮੈਂ ਸ਼ਰਮ ਥੋੜੀ ਬਹੁਤੀ, ਗੁਰੂ ਨੂੰ ਮੰਨਣ ਵਾਲੇ ਅਸੀਂ, ਅੰਮ੍ਰਿਤਧਾਰੀ ਸਿੱਖ ਆ, ਪੰਥਕ ਜਮਾਤ ਹੈ, ਔਰ ਕੋਈ ਵੀ ਸਰਕਾਰ ਹੋਵੇ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਣ ਵਾਲੀ ਨਾ ਵੀ ਹੋਵੇ, ਕੋਈ ਸਿੱਖ ਵਿਰੋਧੀ ਵੀ ਸਰਕਾਰ ਹੋਵੇ, ਕਦੀ ਆਪਦੇ ਸੂਬੇ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਪੈਦਾ ਨਹੀਂ ਕਰੂਗੀ। ਮੈਂ ਇਹ ਜਿਹੜੀ ਗੱਲ ਹੈ। ਦੂਸਰੀ ਗੱਲ ਜਿਹੜੀ ਹੈ, ਇੱਕ ਮੈਂ ਵਿੱਚੋਂ ਨਹੀਂ ਬੋਲਿਆ, ਹੁਣ ਗੱਲ ਸੁਣ ਲਓ। ਸੰਧਵਾ ਸਾਹਿਬ ਜਿਨ੍ਹਾਂ ਦਾ ਜਨਮ ਇੱਕ ਕੱਟੜ ਕਾਂਗਰਸੀ ਪਰਿਵਾਰ ਦੇ ਘਰੇ ਹੋਇਆ, ਜਿਹੜੇ ਇੰਦਰਾ ਗਾਂਧੀ ਨੂੰ ਮੱਥਾ ਟੇਕਦੇ ਸੀ, ਔਰ ਇਹਨਾਂ ਦੇ ਵੱਡ ਵਡੇਰੇ ਗਿਆਨੀ ਜੈਲ ਸਿੰਘ ਜੀ ਜਿਹੜੇ ਦੇਸ਼ ਦੇ ਰਾਸ਼ਟਰਪਤੀ ਸੀ, ਜਿਨ੍ਹਾਂ ਦੇ ਰਾਸ਼ਟਰਪਤੀ ਹੁੰਦਿਆਂ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢੇਰੀ ਕੀਤਾ ਗਿਆ, ਔਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸ ਗਾਂਧੀ ਪਰਿਵਾਰ ਨੂੰ ਸਜ਼ਾ ਦੇਣ ਦੀ ਬਜਾਏ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਕਿਹਨੇ ਬਣਾਇਆ? ਗਿਆਨੀ ਜੈਲ ਸਿੰਘ ਨੇ। ਉਸ ਰਾਜੀਵ ਗਾਂਧੀ ਨੂੰ ਜਿਹਨੇ ਸਿੱਖਾਂ ਦਾ ਕਤਲੇਆਮ ਕਰਵਾਇਆ, ਔਰ ਕਤਲੇਆਮ ਨੂੰ ਇੱਕ ਸ਼ਬਦ ਦੇ ਵਿੱਚ ਜਸਟੀਫਾਈ ਠਹਿਰਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਵੱਡਾ ਰੁੱਖ ਡਿੱਗਦਾ ਹੈ ਤੇ ਧਰਤੀ ਹਿੱਲਦੀ ਹੈ, ਸ਼ਰਮ ਆਉਂਦੀ ਹੈ ਕਿ ਕਾਂਗਰਸ ਦੇ ਘਰਾਂ ਦੇ ਵਿੱਚ ਜਨਮ ਰਹਿ ਕੇ ਗਿਆਨੀ ਜੈਲ ਸਿੰਘ ਵਰਗੇ ਜਿਹੜੇ ਪੰਥ ਦੋਖੀ ਸੀ, ਸਿੱਖ ਦੋਖੀ ਸੀ, ਜਿਹਨਾਂ ਨੇ ਗਾਂਧੀ ਪਰਿਵਾਰ ਦੀ ਚਾਪਲੂਸੀ, ਗਾਂਧੀ ਪਰਿਵਾਰ ਨੂੰ ਪਾਲਿਆ, ਗਾਂਧੀ ਪਰਿਵਾਰ ਨੂੰ ਤਾਂ ਚੁੱਕਿਆ, ਗਾਂਧੀ ਪਰਿਵਾਰ ਦੀ ਰੱਖਿਆ ਕੀਤੀ, ਅੱਜ ਉਹਨਾਂ ਦੇ ਵਾਰਸਾਂ ਆਣ ਕੇ ਸਾਨੂੰ ਸੱਪ ਦਿੰਦੇ। ਇਸ ਕਰਕੇ ਜਿਹੜੀ ਹੱਥ ਬੰਨ ਕੇ ਬੇਨਤੀ ਹੈ ਕਿ ਸ਼ਰਮ ਨਾਲ ਦੀ ਕੋਈ ਚੀਜ਼ ਨਹੀਂ ਹੈ, ਤੇ ਘੱਟੋ ਘੱਟ ਬੋਲੋ ਨਾ। ਤੁਸੀਂ ਬੋਲਣ ਚੋਗੇ ਨਹੀਂ, ਤੁਸੀਂ ਨਾ ਬੋਲੋ। ਕੁਲਤਾਰ ਸੰਧਵਾ ਜਵਾਬ ਦੇ ਰਹੇ ਨੇ। ਹਾਂ, ਕੁਲਤਾਰ ਸੰਧਵਾ ਜਵਾਬ ਦੇ ਰਹੇ ਨੇ। ਸਿੱਖਾਂ ਦਾ ਕਤਲੇਆਮ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਹੋਇਆ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਹਜ਼ਾਰਾਂ ਸਿੱਖ ਜਿਹੜੇ ਹੈ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਸ਼ਹੀਦ ਕਰ ਦਿੱਤੇ ਗਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋਏ ਨੂੰ। ਠੀਕ ਹੈ ਬਲਟੋਆ ਸਾਹਿਬ, ਤੁਹਾਡੀ ਗੱਲ ਆ ਗਈ। ਕੁਲਤਾਰ ਸੰਧਵਾ ਕਹਿ ਰਹੇ ਨੇ ਕੁਝ, ਬੇਸਿਕਲੀ ਮੈਨੂੰ ਲੱਗਦਾ ਕਿ ਨਿੱਜੀਤਾ ਤੋਂ ਇਲਾਵਾ ਵੱਡੇ ਪਰਸਪੈਕਟਿਵ ਦਾ ਮਸਲਾ ਹੈਗਾ ਜੀ। ਦੇਖੋ ਜੀ ਇਹ ਜੇ ਕੋਈ ਮੇਰਾ ਕਸੂਰ ਹੈ ਤੇ ਮੇਰਾ ਨਾਮ ਵੀ ਲਿਆ ਜਾਣਾ ਚਾਹੀਦਾ, ਕੋਈ ਏਡੀ ਵੱਡੀ ਗੱਲ ਨਹੀਂ। ਉਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀਗੇ, ਬਿਲਕੁਲ ਠੀਕ ਹੈ, ਪਰ ਉਸ ਤੋਂ ਬਾਅਦ ਕੀ ਉਹਨਾਂ ਦੀ ਰਾਜੀਵ ਗਾਂਧੀ ਨਾਲ ਬਣੀ? ਉਹਦੇ ਨਾਲ ਕੋਈ ਵੱਟ ਦਾ ਰੌਲਾ ਤਾਂ ਨਹੀਂ ਸੀ। ਰੌਲਾ ਇਹ ਬਣਾ ਇੱਕ ਮਿੰਟ ਮੈਨੂੰ ਕੰਪਲੀਟ ਕਰ ਲੈਣ ਦਿਓ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਅਸਤੀਫਾ ਕਿਉਂ ਨਹੀਂ ਦਿੱਤਾ? ਐਡਾ ਵੱਡਾ ਕਾਰਾ ਹੋ ਗਿਆ ਸੀ। ਉਹ ਕਹਿੰਦੇ ਜੇ ਮੈਂ ਅਸਤੀਫਾ ਦੇ ਦਿੰਦਾ ਤਾਂ ਜਿਵੇਂ ਹੋਰ ਪੰਜਾਬ ਦੇ ਪੋਲੀਟੀਸ਼ੀਅਨ ਕਰਦੇ ਆ, ਜਿਨ੍ਹਾਂ ਨੇ ਮਰਜੀਵੜੇ ਬਣਾਏ, ਲੱਖਾਂ ਘਰ ਉਜਾੜੇ ਗਏ, ਉਸ ਤੋਂ ਬਾਅਦ ਸਰਕਾਰਾਂ ਚ ਆਏ, ਲੇਕਿਨ ਧਰਮੀ ਫੌਜੀਆਂ ਦਾ ਕਿਸੇ ਦਾ ਹਾਲ ਨਹੀਂ ਪੁੱਛਿਆ। ਕਈ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਰਹਿੰਦੇ ਰਹੇ, ਉੱਥੇ ਸੌਹਾਂ ਖਾਧੀਆਂ ਮਰਨ ਦੀਆਂ, ਮੁੜ ਕੇ ਹੱਥ ਖੜੇ ਕਰਕੇ ਬਾਹਰ ਆ ਗਏ। ਉਹਨਾਂ ਨੇ ਮੁੜ ਕੇ ਰਾਜ ਭਾਗ ਮਾਣਿਆ। ਫਿਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਸ ਸਮੇਂ ਲਹਿਰ ਦੇ ਵਿੱਚ ਜਜ਼ਬਾਤੀ ਹੋ ਕੇ ਕੁੱਦ ਗਏ ਸੀ, ਉਹਨਾਂ ਦੇ ਪਰਿਵਾਰ ਤੱਕ ਹੀ, ਉਹਨਾਂ ਦੇ ਰਿਸ਼ਤੇਦਾਰ ਤੱਕ ਨਹੀਂ ਬਣੇ, ਪਰ ਜਿਹੜੇ ਲੋਕ ਉਸ ਤੋਂ ਬਾਅਦ ਹੱਥ ਖੜੇ ਕਰਕੇ ਆ ਕੇ ਮੁੜ ਕੇ ਉਹਨਾਂ ਨੇ ਵਜ਼ੀਰੀਆਂ ਮਾਨੀਆਂ, MLA ਬਣੇ। ਇਹਦਾ ਮਤਲਬ ਕਹਿਟ ਹੋ ਗਏ, ਕਹਿੰਦੇ ਮੈਂ ਇਸ ਤਰ੍ਹਾਂ ਦੀ ਸੌੜੀ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਸੀ। ਮੈਂ ਨਹੀਂ ਚਾਹੁੰਦਾ ਸੀ ਵੀ ਜੇ ਕਿਤੇ ਇੱਕ ਸਿੱਖ ਰਾਸ਼ਟਰਪਤੀ ਅਸਤੀਫਾ ਦੇ ਦਿੰਦਾ ਤੇ ਦੇਸ਼ ਦੇ ਵਿੱਚ ਇੱਕ ਰਾਜਨੀਤਿਕ ਭੁਚਾਲ ਆ ਜਾਣਾ ਸੀ। ਦੇਸ਼ ਦੇ ਵਿੱਚ ਜਿੰਨੇ ਹਿੰਦੂ ਪੰਜਾਬ ਦੇ ਵਿੱਚ ਵੱਸਦੇ ਨੇ, ਜਿੰਨੇ ਸਿੱਖ ਪੰਜਾਬ ਦੇ ਵਿੱਚ ਵੱਸਦੇ ਨੇ, ਉਸ ਤੋਂ ਵੱਧ, ਕਈ ਗੁਣਾ ਵੱਧ ਸਾਰੇ ਹਿੰਦੁਸਤਾਨ ਦੇ ਸਿੱਖ ਵੱਸਦੇ ਨੇ। ਕਹਿੰਦੇ ਜੇ ਉਦੋਂ ਰਾਸ਼ਟਰਪਤੀ ਅਸਤੀਫਾ ਦਿੰਦਾ ਤਾਂ ਜਿੰਨੀ ਅੱਗ ਲੱਗੀ ਸੀ ਉਸ ਤੋਂ ਕਈ ਗੁਣਾ ਵੱਡੀ ਅੱਗ ਲੱਗਣੀ ਸੀ, ਔਰ ਪੰਜਾਬ ਦੇ ਹਿੰਦੂਆਂ ਦਾ ਕਾਤਲ ਗਿਆਨੀ ਜੈਲ ਸਿੰਘ ਨੇ ਬਣਨਾ ਸੀ। ਦੇਸ਼ ਦੇ ਵਿੱਚ ਜਿਹੜੇ ਹੋਰ ਸਿੱਖ ਸੀ, ਜਿਹੜੇ ਬਚ ਗਏ ਕਹਿੰਦੇ ਅੱਜ, ਲੇਕਿਨ ਉਹਨਾਂ ਦਾ ਕਾਤਲ ਵੀ ਗਿਆਨੀ ਜੈਲ ਸਿੰਘ ਨੇ ਬਣਨਾ ਸੀ। ਹਿੰਦੁਸਤਾਨ ਦੀ ਤਬਾਹੀ ਦਾ ਕਾਰਨ ਗਿਆਨੀ ਜੈਲ ਸਿੰਘ ਨੇ ਬਣਨਾ ਸੀ। ਗਿਆਨੀ ਜੈਲ ਸਿੰਘ ਹੋ ਸਕਦਾ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ, ਆਉਣ ਵਾਲੀਆਂ ਪੀੜ੍ਹੀਆਂ, ਉਹਦੇ ਪਰਿਵਾਰ ਦੇ ਬੱਚੇ ਭਾਵੇਂ ਮੁੱਖ ਮੰਤਰੀ ਰਹੇ ਨੇ ਸਾਰੀ ਉਮਰ, ਕਿਉਂਕਿ ਸਿੱਖਾਂ ਨੇ ਉਹਨੂੰ, ਸਿੱਖ ਜਜ਼ਬਾਤੀ ਕੌਮ ਹੈ, ਉਹਨੂੰ ਸਿਰ ਤੇ ਚੱਕ ਕੇ ਰੱਖਣਾ ਸੀ। ਲੇਕਿਨ ਮੈਂ ਇੰਨੇ ਲੋਕਾਂ ਦਾ ਕਤਲ ਕਰਾ ਕੇ ਆਪਦਾ ਰਾਜਨੀਤਿਕ ਭਵਿੱਖ ਨਹੀਂ ਬਣਾਉਣਾ ਚਾਹੁੰਦਾ ਸੀ। ਇਹ ਗਿਆਨੀ ਜੈਲ ਸਿੰਘ ਨੇ ਮੈਨੂੰ ਜਵਾਬ ਦਿੱਤਾ ਸੀ। ਹੁਣ ਤੁਸੀਂ ਆ ਜਾਓ, ਤੁਸੀਂ ਕਿਵੇਂ ਬਚ ਗਏ ਜੀ? ਇਹਦਾ ਮਤਲਬ ਤੁਸੀਂ ਕੈਟੇਗਰੀ ਕੀਤੀ ਆ ਬਲਟੋਆ ਸਾਹਿਬ, ਬਾਕੀ ਸਾਰੇ ਮਾਰੇ ਗਏ, ਤੁਸੀਂ ਬਾਹਰ ਕਿਵੇਂ ਆ ਗਏ ਬਈ? ਤੁਸੀਂ ਹੱਥ ਖੜੇ ਕਰਕੇ ਕਿਉਂ ਆਏ? ਕੌਣ ਲੋਕ ਸੀ ਜਿਹੜੇ ਇੰਦਰਾ ਗਾਂਧੀ ਕੋਲੇ ਜਾ ਕੇ ਮਿੰਨਤਾਂ ਕਰਦੇ ਸੀਗੇ ਵੀ ਆ ਜਾ ਕੱਢ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਬਾਹਰ? ਤੁਸੀਂ ਲੋਕ ਸੀ ਨਾ ਜਿਨ੍ਹਾਂ ਨੇ ਧਰਮੀ ਫੌਜੀਆਂ ਨੂੰ ਬੁਲਾਇਆ ਸੀ। ਸਰਕਾਰ ਤੁਸੀਂ ਇੰਨਾ ਚਿਰ ਭੋਗੀ ਹੈ, ਉਹਨਾਂ ਦਾ ਕੋਈ ਹਾਲ ਪੁੱਛਿਆ? ਠੀਕ ਹੈ,
ਵਲਟੋਆ ਸਾਹਿਬ ਨਕੋਦਰ ਕਾਂਡ ਹੋਇਆ, ਜਿਹੜੇ ਬੰਦੇ ਦੋਸ਼ੀ ਸੀ ਕਾਂਡ ਦੇ, ਤੁਸੀਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਅਕਾਲੀ ਦਲ ਨੇ। ਤੁਸੀਂ ਇੱਕ ਦਿਨ ਕਿਹਾ ਪੰਜਾਬ ਦੇ ਵਿੱਚ ਸਿੱਖਾਂ ਦੇ ਬੱਚਿਆਂ ਦਾ ਸ਼ਿਕਾਰ ਕਰਨ ਵਾਲਾ ਬੰਦਾ ਜ਼ਾਲਮ ਰਾਖਸ਼। ਠੀਕ ਹੈ ਵਲਟੋਆ ਸਾਹਿਬ ਹਾਂ ਠੀਕ ਹੈ, ਤੁਸੀਂ ਰਿਪਲਾਈ ਕਰ। ਠੀਕ ਹੈ ਸੰਧਵਾ ਸਾਹਿਬ ਤੁਹਾਡੀ ਗੱਲ ਸੰਧਵਾ ਸਾਹਿਬ ਤੁਹਾਡੀ ਗੱਲ ਵਲਟੋਆ ਸਾਹਿਬ ਕੀ ਕਹਿ ਰਹੇ ਨੇ? ਪਾਮਰ ਜੀ, ਮਿਰਚਾਂ ਲੱਗਦੀਆਂ ਤੇ ਸੁਣੀਆਂ ਸੀ, ਕਦੀ ਇੰਨੀਆਂ ਵੀ ਲੱਗ ਸਕਦੀਆਂ, ਪਹਿਲੀ ਵਾਰ ਦੇਖ ਲਿਆ। ਸੱਚ ਬੋਲਿਆ, ਸੱਚਾਈ ਬੋਲੀ ਹੈ। ਔਰ ਜਿੱਥੋਂ ਤੱਕ ਮੇਰੇ ਜਾਂ ਮੇਰੇ ਵਰਗੇ ਜਿਹੜੇ ਉਸ ਸਮੇਂ ਦੇ ਨੌਜਵਾਨ ਸੀ ਜਿਨ੍ਹਾਂ ਨੇ, ਵੈਸੇ ਵਲਟੋਆ ਸਾਹਿਬ ਮੈਂ ਤੁਹਾਨੂੰ ਇੱਕ ਚੀਜ਼ ਪੁੱਛਾਂ, ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਇਹ ਇਸੇ ਨਾਲ ਰਿਲੇਟਡ, ਕਿਉਂਕਿ ਇਸ ਚੀਜ਼ ਨੂੰ ਜਿਹੜੀ ਗੱਲ ਕੁਲਤਾਰ ਸੰਧਵਾ ਹੁਣਾਂ ਨੇ ਕਹੀ ਹੈ ਕਿ ਕੁਝ ਲੋਕ ਅੰਦਰ ਸ਼ਹੀਦ ਹੋਏ, ਕੁਝ ਲੋਕ ਬਾਹਰ ਆਏ ਹੱਥ ਖੜੇ ਕਰਕੇ, ਕੁਝ ਲੋਕ ਮਾਰੇ ਗਏ, ਇਹ ਇਸ ਚੀਜ਼ ਦੀ ਸੱਚਾਈ ਕੀ ਹੈਗੀ ਹੈ? ਤੁਸੀਂ ਆਪ ਇਸ ਦੇ ਉੱਤੇ ਅੱਜ ਕੀ ਕਹਿਣਾ ਚਾਹੋਗੇ ਇਹ ਮਸਲੇ ਨੂੰ ਲੈ ਕੇ? ਕਈ ਵਾਰੀ ਇਹ ਸਵਾਲ ਹੁੰਦਾ ਡਿਸਕਸ਼ਨਸ ਦੇ ਵਿੱਚ ਜਾਂ ਉਸ ਤਰ੍ਹਾਂ ਵੀ। ਦੇਖੋ ਬੇਨਤੀ ਇਹ ਹੈ ਜੀ ਕਿ ਇਹ ਚ ਕੋਈ ਦੁਰਾਵਾ ਨਹੀਂ ਗਿਆ ਕਿ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਸੰਤ ਬਾਬਾ ਜਰਨੈਲ ਸਿੰਘ ਜੀ ਤੇ ਖਾਲਸਾ ਭਿੰਡਰਾਂ ਵਾਲੇ ਜਿਹੜੇ ਉਹਨਾਂ ਦੇ ਸਮਰਥਕ ਸੀ, ਉਹਨਾਂ ਦੀਆਂ ਸ਼ਹੀਦੀਆਂ ਹੋਈਆਂ। ਔਰ ਅਸੀਂ ਵੀ 5 ਤਰੀਕ ਰਾਤ ਤੱਕ ਆਪਦੀ ਲੜਾਈ ਲੜਦੇ ਰਹੇ ਜਿੰਨਾ ਕਿ ਸਾਡੇ ਕੋਲ ਅਮਨੀਸ਼ਨ ਸੀਗਾ, ਕਿਉਂਕਿ ਅਮਨੀਸ਼ਨ ਦਾ ਸਾਰਾ ਸਟੋਰ ਜਿਹੜਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੀਗਾ। 3 ਤਰੀਕ ਨੂੰ ਵੰਡਿਆ ਗਿਆ, ਨਾ 4 ਨੂੰ ਜਾਇਆ ਗਿਆ, ਨਾ 5 ਨੂੰ ਜਾਇਆ ਗਿਆ, ਅਮਨੀਸ਼ਨ ਖਤਮ ਹੋ ਗਿਆ, ਸਾਡੇ ਕੋਲ ਹੈ ਹੀ ਕੁਛ ਨਹੀਂ ਸੀਗਾ। ਜਦੋਂ ਉੱਥੇ ਫੌਜ ਹੁੰਦੀ ਇਸ ਸਾਈਡ ਦੇ ਉੱਤੇ, ਉਦੋਂ ਤੱਕ ਅਮਨੀਸ਼ਨ ਖਤਮ ਹੋ ਚੁੱਕਾ ਸੀਗਾ। ਔਰ ਮੈਂ ਇਹ ਵੀ ਦੱਸ ਦੇਵਾਂ ਕਿ ਜਿਹੜਾ ਕਿਹਾ ਜਾਂਦਾ ਕਿ ਹੱਥ ਖੜੇ ਕਰਕੇ ਫੜ ਲਿਆ ਗਿਆ, ਉੱਥੇ ਮੇਰੇ ਵਰਗੇ ਪਤਾ ਨਹੀਂ ਹੋਰ ਕਿੰਨੇ ਸੀਗੇ। ਔਰ ਜਿਹੜਾ ਤੁਹਾਡੇ ਨਾਲ ਅੱਜ ਐਮਐਲਏ ਬਿਠਾ ਹਰਮਿੰਦਰ ਸਿੰਘ ਉਹ ਵੀ ਨਾਲ ਸੀਗਾ, ਹੋਰ ਹੀ ਬੜੇ ਸੀਗੇ। ਲਾਭ ਸਿੰਘ ਜਿਹੜੇ ਖਾਲਸਾ ਕਮਾਂਡੋ ਫੋਰਸ ਦਾ ਚੀਫ ਜਨਰਲ ਬਣਿਆ, ਉਹ ਵੀ ਫੜਿਆ ਗਿਆ ਸੀਗਾ। ਔਰ ਦੂਸਰੀ ਗੱਲ ਜਿਹੜੀ ਮੇਰੀ ਬੇਨਤੀ ਹੈ ਕਿ ਮੈਂ ਫੜਿਆ ਗਿਆ, ਮੇਰੇ ਉੱਤੇ ਤੇ 24 ਕੇਸ ਜਿਹੜੇ ਆ ਇਹਨਾਂ ਦੀ ਸਰਕਾਰ ਨੇ ਪਾਏ, ਮੈਨੂੰ ਪੁੱਠਿਆਂ ਟੰਗਿਆ, ਮੇਰੇ ਚੱਡੇ ਪਾੜੇ, ਮੇਰੇ ਨੂੰ ਘੋੜਨਾ ਲਾਇਆ, ਮੇਰੇ ਤੇ ਤਸ਼ੱਦਦ ਕੀਤੇ। 9 ਸਾਲ ਮੈਂ ਜੇਲ੍ਹ ਚ ਆਇਆ, 9 ਸਾਲ ਜੇਲ੍ਹ ਕੱਟ ਕੇ ਆਇਆ, ਤਸ਼ੱਦਦ ਝੱਲ ਕੇ ਆਇਆ। ਤੇ 36 ਸਾਲਾਂ ਬਾਅਦ ਫਿਰ ਮੇਰਾ ਜਿਹੜਾ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਹੜਾ ਮੈਂ ਕੇਸ ਭੁਗਤ ਚੁੱਕਾ, ਜਿਹੜਾ ਮੇਰਾ ਉਸ ਸਮੇਂ ਵੀ ਝੂਠਾ ਪਾਇਆ ਸੀਗਾ, ਉਹ ਅੱਜ ਫਿਰ 36 ਸਾਲਾਂ ਬਾਅਦ ਕੱਢ ਲਿਆ। ਇਹ ਜਿਹੜੀਆਂ ਗੱਲਾਂ ਨੇ, ਲੜਾਈ ਲੜੀ ਸੀ ਔਰ ਇੰਨਾ ਮਾਣ ਹੈ ਬਾਬੇ ਜਰਨੈਲ ਸਿੰਘ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਸੀ, ਗਲਵਕੜੀ ਦਾ ਨਹੀਂ ਕਮਾਣਿਆ ਸੀਗਾ, ਥਾਪੜਾ ਲਿਆ ਸੀਗਾ, ਹਾਲਾਤ ਬਣ ਗਏ, ਉੱਥੇ ਹੈ ਕੁਛ ਨਹੀਂ ਸੀਗਾ। ਉਦੋਂ ਤੱਕ ਲੜਾਈ ਲੜਨ ਵਾਸਤੇ ਸਾਡੇ ਕੋਲੇ, ਇਸ ਕਰਕੇ ਜਿਹੜੀਆਂ ਗੱਲਾਂ ਕਰਨੀਆਂ ਉੱਥੇ ਜੀ ਬਚ ਕੇ ਆ ਗਏ ਜੀ। ਜਿਹੜੇ ਨਿਕਲਣਾ ਸੀ ਜਿਹਨਾਂ ਨੇ, ਭਾਈ ਸੁਖਦੇਵ ਸਿੰਘ ਬੱਬਰ ਵਰਗੇ ਜਲਦੀ ਲੜਾਈ ਚੋਂ ਨਿਕਲ ਗਏ ਸੀ, ਕਿਉਂਕਿ ਉਹਨਾਂ ਚ ਕੋਈ ਅਕੀਦਾ ਮਾੜਾ ਸੀਗਾ, ਉਹ ਵੀ ਲੜਨ ਮਰਨ ਜਾਣਦੇ ਸੀਗੇ, ਪਰ ਕਿਉਂਕਿ ਉਹਨਾਂ ਕੋਲ ਐਮਨੀਸ਼ਨ ਖਤਮ ਹੋ ਗਿਆ ਸੀ, ਉਹ ਨਿਕਲ ਗਏ ਸੀ। ਪਰ ਅਸੀਂ ਕਿਹਾ ਸੀ ਨਾ ਫੜੇ, ਨਾਰਕੀ ਢੰਗ ਹੈ। ਠੀਕ ਹੈ ਰਮਨ ਜੀ, ਤੁਸੀਂ ਜੋ ਕਹਿ ਰਹੇ ਹੋ ਉਸ ਤੁਸੀਂ ਆਪਦਾ ਪੁਆਇੰਟ ਰੱਖ ਦਿਓ, ਪਰ ਉਹਦੇ ਨਾਲ ਇੱਕ ਸਵਾਲ ਲੈ ਲਓ। ਤੁਹਾਨੂੰ ਲੱਗਦਾ ਕਿ 84 ਦਾ ਮਸਲਾ, 84 ਦਾ ਮਸਲਾ ਤੇ ਉਸੇ ਤਰ੍ਹਾਂ ਬੇਅਦਬੀਆਂ ਹੁਣ ਸਿਰਫ ਇੱਕ ਰਾਜਨੀਤਿਕ ਮਸਲਾ ਬਣ ਕੇ ਰਹਿੰਦੀਆਂ ਜਾ ਰਹੀਆਂ ਨੇ? 84 ਦਾ ਮਸਲਾ ਤੇ ਵੈਸੇ ਰਾਜਨੀਤਿਕ ਬਣਿਆ ਹੋਇਆ, ਹੁਣ ਬੇਅਦਬੀਆਂ ਵੀ ਉਸੇ ਦਾਇਰੇ ਦੇ ਵਿੱਚ ਆ ਚੁੱਕੇ, ਸਿਰਫ ਇਹ ਪੋਲਿਟਿਕਸ ਦੇ ਲਈ ਜਾਂ ਪੋਲਰਾਈਜੇਸ਼ਨ ਦੇ ਲਈ ਇਸਤੇਮਾਲ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ? ਰਮਨ ਜੀ, ਮੈਂ ਪਹਿਲਾਂ ਤਾਂ ਨਾ ਮੈਂ ਵਲਟੋਹਾ ਸਾਹਿਬ ਦੀ ਗੱਲ ਦੇ ਵਿੱਚੋਂ ਦੀ ਗੱਲ ਕੱਢ ਰਿਹਾ। ਮੈਂ ਵਲਟੋਹਾ ਸਾਹਿਬ ਜੇ ਛੋਟੀਆਂ ਮਜਬੂਰੀਆਂ ਤੇ ਕਿਸੇ ਹੋਰ ਦੀਆਂ ਮਜਬੂਰੀਆਂ ਜਿਹੜੀਆਂ ਮੈਂ ਉਹ ਲਾਂਤਾਂ ਜਾਂ ਉਹ ਜਿਹੜੇ ਹੈਗੇ ਆ ਉਹ ਕਿੰਨੀ ਵਾਰੀ ਤੁਹਾਡੇ ਨਾਲ ਡਾਇਲੋਗ ਹੋਇਆ ਸੀਗਾ, ਉਸ ਤੋਂ ਬਾਅਦ ਪਹਿਲਾਂ ਕਿੰਨੀ ਵਾਰੀ ਅਕਾਲੀ ਲੀਡਰਸ਼ਿਪ ਨਾਲ ਸਾਰਿਆਂ ਨਾਲ ਡਿਸਕੋਰਸ ਗਵਰਨਮੈਂਟ ਆਫ ਇੰਡੀਆ ਨੇ ਡਿਸਕੋਰਸ ਕੀਤਾ ਸੀਗਾ ਕਿ ਵੀ ਤੁਸੀਂ ਇਹ ਮਾਰਨਾ ਜਿਹੜਾ ਵਾ ਹਿੰਦੂਆਂ ਦਾ ਔਰ ਪੰਜਾਬੀਆਂ ਦਾ ਤੁਸੀਂ ਬੰਦ ਕਰ ਦਿਓ ਤੇ ਅਸੀਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹੈ। ਕਨਸਪੀਰੇਸੀ ਥਿਊਰੀ ਇਹ ਵੀ ਕਹਿੰਦੀ ਹੈਗੀ ਹੈ ਕਿ ਵੀ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ ਪੰਗਾ ਲੈਣਾ ਹੀ ਲੈਣਾ ਵਾ। ਔਰ ਉਸ ਤੋਂ ਬਾਅਦ ਇਹ ਵੀ ਸੀਗਾ ਕਿ ਵੀ ਕੁਝ ਜਿਹੜੇ ਲੋਕ ਸੀਗੇ ਉਹ ਹੁਣ ਇਹ ਕਨਸਪੀਰੇਸੀ ਥਿਊਰੀਜ਼ ਹੈ, ਇਹਨਾਂ ਦੇ ਬਾਰੇ ਇਹਦੇ ਬਾਰੇ ਕੋਈ ਸਰਟਨਟੀ ਨਾਲ ਨਹੀਂ ਗੱਲ ਕੀਤੀ ਜਾ ਸਕਦੀ ਕਿ ਵੀ ਗੱਲ ਪਾਕਿਸਤਾਨ ਆਰਮੀ ਨਾਲ ਹੋ ਰਹੀ ਸੀ, ਪਾਕਿਸਤਾਨ ISI ਨਾਲ ਹੋ ਰਹੀ ਸੀ, ਅਸੀਂ ਇਹ ਨਾ ਹੋ ਰਹੀ ਸੀ, ਸਾਨੂੰ ਨਹੀਂ ਪਤਾ। ਗੱਲ ਇਹ ਸੀ ਵੀ ਹਿੰਦੁਸਤਾਨ ਪੰਜਾਬ ਦੇ ਵਿੱਚ ਉਸ ਟਾਈਮ ਕਤਲੇਆਮ ਹੋ ਰਿਹਾ ਸੀਗਾ, ਬਾਹਰ 25,000 30,000 ਆਦਮੀ ਮਰ ਚੁੱਕਿਆ ਸੀਗਾ ਔਰ ਉਹ ਗੱਲਾਂ ਜਿਹੜੀਆਂ ਚੱਲ ਰਹੀਆਂ ਸੀ। ਮੈਂ ਜਿਹੜੀਆਂ ਗੱਲਾਂ ਤੁਸੀਂ ਭਾਟੀਆ ਸਾਹਿਬ ਆਖਿਰ ਦੇ ਵਿੱਚ ਜਿਹੜਾ ਹੁਣੇ ਤੁਸੀਂ ਕਮੈਂਟ ਕਿਹਾ ਬਿਲਕੁਲ ਗੱਲ ਠੀਕ ਹੈ ਕਿ ਇਵੈਂਟਸ ਹੋ ਜਾਂਦੇ ਆ ਔਰ ਇਵੈਂਟਸ ਜਿਹੜੇ ਆ ਉਹਦਾ ਇੱਕ ਪੋਲੀਟੀਕਲ ਫਿਰ ਓਵਰਟੋਨ ਹੁੰਦਾ ਵਾ। ਉਹ ਪੋਲੀਟੀਕਲ ਜਿਹੜੇ ਉਹਨਾਂ ਦਾ ਜਿਹੜਾ ਕਲੋਜ਼ਰ ਹੁੰਦਾ, ਜਿਹਨੂੰ ਆਪਾਂ ਕਹੀਏ ਕਿ ਵੀ ਉਹਦੀ ਕਲਮੀਨੇਸ਼ਨ ਕਿੱਥੇ ਹੋਈ, ਉਹ ਕਲਮੀਨੇਸ਼ਨ ਦਾ ਕੋਈ ਨਾ ਕੋਈ ਪੁਆਇੰਟ ਹੁੰਦਾ ਵਾ, ਉਹ ਮੈਂ ਔਰ ਤੁਸੀਂ ਆ ਡਿਸਾਈਡ ਨਹੀਂ ਕਰ ਸਕਦੇ।
ਅਸੀਂ ਆ ਜਿਹੜੀਆਂ ਡਿਸਕਸ਼ਨਸ ਕਰਦੇ ਆ ਅਸੀਂ ਉਸ ਦੇ ਵਾਲੇ ਪਾਸੇ ਤੁਰਦੇ ਹੁੰਨੇ ਆ ਜ਼ਰੂਰ, ਪਰ ਉਹ ਜਿਹੜਾ ਹਾਲਾਤ ਜਿਹੜਾ ਵਾ ਉਹ ਕੋਈ ਨਾ ਕੋਈ ਇਹੋ ਜਿਹਾ ਸਰਕਮਸਟੈਂਸ ਆਊਗਾ ਜਦੋਂ ਤੁਹਾਨੂੰ ਸਾਰੀ ਦੀ ਚੀਜ਼ ਜਿਹੜੀ ਚੀਜ਼ ਸ਼ਾਇਦ ਅੱਜ ਨਹੀਂ ਹੋਈ ਉਹ 4 ਮਹੀਨੇ ਬਾਅਦ ਹੋ ਜਾਏ ਜਾਂ 6 ਮਹੀਨੇ ਬਾਅਦ ਹੋ ਜਾਏ, ਫੇਰ ਵੀ ਉੱਥੇ ਵੀ ਕਿੰਤੂ ਪਰੰਤੂ ਇਹ ਹੋਊਗਾ ਕਿ ਵੀ ਇਹ ਤਾਂ ਜਿਹੜੇ ਬੰਦੇ ਸੀਗੇ ਇਹ ਤਾਂ ਤੁਸੀਂ ਨਜਾਇਜ਼ ਕਰ ਲਿਆ, ਤਾਂ ਪੋਲਿਟਿਕਸ ਹੋ ਗਈ। ਮੰਨ ਲਓ ਸੇਕ ਜਿਹੜਾ ਹੈ ਬਾਦਲ ਪਰਿਵਾਰ ਤੱਕ ਜਾਂਦਾ ਵਾ, ਫਿਰ ਅਕਾਲੀ ਦਲ ਸਾਰਾ ਉਹਨਾਂ ਨੂੰ ਡਿਫੈਂਡ ਕਰਨ ਲਈ ਆ ਜਾਏਗਾ। ਮੇਰੀ ਬੇਨਤੀ ਇਹ ਹੈ ਕਿ ਅੱਜ ਜਿਹੜਾ ਤੁਹਾਡਾ ਜਿਹੜਾ ਮੇਨ ਮੁੱਦਾ ਸੀਗਾ ਕਿ ਸਿੱਧੂ ਸਾਹਿਬ ਨੇ, ਇਹ ਸਾਡੇ ਦੋਨੋਂ ਮੇਨ ਮੁੱਦੇ ਸੀਗੇ ਨਵਜੋਤ ਸਿੱਧੂ ਵੀ ਔਰ ਬੇਅਦਬੀਆਂ ਦੀ ਜਾਂਚ ਕਦੋਂ ਪੂਰੀ ਹੋਣੀ ਹੈ, ਇਹ ਦੋਨੋਂ ਜੀ। ਬੇਅਦਬੀਆਂ ਦੀ ਜਾਂਚ ਸਾਹਿਬ ਮੈਂ ਉਹੀ ਗੱਲ ਕਹੀ ਕਿ ਲੈਟ ਅਸ ਨਾਟ ਪੁਸ਼, ਇਹ ਜਦੋਂ ਹੋਏਗੀ ਇਹ ਮਤਲਬ ਜ਼ਰੂਰ ਹੋ ਜਾਏਗੀ, ਇਹਦਾ ਕੋਈ ਜ਼ਿਆਦਾ ਲੰਬਾ ਸਾਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ, ਕਿਉਂਕਿ ਇਸ ਟਾਈਮ ਜਿਹੜਾ ਪਿਛਲੇ 2-3 ਮਹੀਨੇ ਜਿਹੜੇ ਆ ਔਰ ਇਸ ਟਾਈਮ ਜਿਹੜੀ ਹੈ ਸਾਰਾ ਧਿਆਨ ਜਿਹੜਾ ਵਾ ਇਕਨੋਮੀ ਤੇ ਜਾਂ ਕਰੋਨਾ ਤੇ ਹੈ। ਪਰ ਮੇਰਾ ਲੱਗਦਾ ਮੈਨੂੰ ਇੰਨਾ ਵੀ ਪਤਾ ਵਾ ਵੀ ਉਹ ਪ੍ਰੋਸੈਸ ਵੀ ਚੱਲ ਰਿਹਾ ਵਾ ਜਿਹੜਾ ਕਿ ਫਾਈਨਲੀ ਇਹ ਕਨਵਿਕਸ਼ਨ ਵਾਲੇ ਪਾਸੇ ਤੁਰਾਂਗੇ ਔਰ ਚਾਰ ਸ਼ੀਟ ਹੋਣਗੀਆਂ ਔਰ ਜਿਹੜੀਆਂ ਪਰ ਰਮਨ ਜੀ ਤੁਹਾਨੂੰ ਨਹੀਂ ਲੱਗਦਾ 3.5 ਸਾਲ ਦਾ ਸਮਾਂ ਬਹੁਤ ਸਮਾਂ ਹੈਗਾ, ਕਿਉਂਕਿ ਪਹਿਲੇ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ, ਉਸ ਚੀਜ਼ ਅਟਕਿਆ ਰਿਹਾ, ਸੁਪਰੀਮ ਕੋਰਟ ਤੱਕ ਚਲੇ ਗਏ, ਉਸ ਤੋਂ ਬਾਅਦ SIT ਬਣਾਉਂਦੇ ਹੋ, ਫਿਰ ਉਸ ਤੋਂ ਬਾਅਦ ਅਜੇ ਤੱਕ ਵੀ ਕੁਝ ਨਹੀਂ ਨਿਕਲਦਾ। ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਇੱਕ ਤੱਕ ਵੀ ਹੱਥ ਨਹੀਂ ਪਿਆ? 3.5 ਸਾਲ ਦਾ ਸਮਾਂ ਬਹੁਤ ਲੰਬਾ ਪੀਰੀਅਡ ਹੋਏਗਾ ਸਰਕਾਰ ਦੇ ਲਈ। ਸਰਕਾਰ ਜਿਸ ਚੀਜ਼ ਦਾ ਵਾਅਦਾ ਕਰਕੇ ਆਈ ਸੀਗੀ ਉਸ ਨੂੰ ਤੇ ਬਹੁਤ ਸਾਰਾ ਤਕਰੀਬਨ 1.5 ਸਾਲ ਪਿੱਛੇ ਰਹਿ ਗਿਆ। ਸਰ ਇੱਕ ਗੱਲ ਜਸਟਿਸ ਦੇ ਜਿਹੜੇ ਕੈਨਨਸ ਆਫ ਜਸਟਿਸ ਹੈਗੇ ਆ, ਉਹ ਕੈਨਨਸ ਆਫ ਜਸਟਿਸ ਇਹ ਕਹਿੰਦੇ ਆ ਕਿ ਜਸਟਿਸ ਸ਼ੁਡ ਨਾਟ ਬੀ ਮਿਸਕੈਰੀਡ। ਉਹ ਜਦੋਂ ਵੀ ਹੋਵੇ ਉਹ ਲੱਗੇ ਕਿ ਜਸਟਿਸ ਹੋ ਰਿਹਾ ਹੈ, ਉਹਦੇ ਵਿੱਚ ਇਹ ਨਾ ਹੋਵੇ ਕਿ ਤੁਸੀਂ ਆਹ ਐਂਗਲ ਛੱਡਤਾ ਉਹ ਐਂਗਲ ਛੱਡਤਾ। ਲੱਗ ਸਕਦੇ ਆ ਜ਼ਿਆਦਾ, ਕਿਸੇ ਘੱਟ ਲੱਗ ਸਕਦੇ ਆ ਕਿ ਵੀ 3.5 ਸਾਲ ਦੇ ਵਿੱਚ ਵੀ ਜੇ ਹੁੰਦਾ ਤਾਂ ਚਲੋ ਠੀਕ ਸੀਗਾ। ਮੇਰਾ ਆਪਣਾ ਇਹ ਮੰਨਣਾ ਹੈ ਕਿ ਲੈਟ ਅਸ ਨਾਟ ਰਸ਼, ਪਰ ਇੱਕ ਮੈਂ ਤੁਹਾਡੇ ਚੈਨਲ ਤੇ ਤੁਹਾਡੇ ਰਾਹੀਂ ਮੈਂ ਦੱਸਣਾ ਚਾਹੁੰਦਾ ਮੈਂ ਕਿ ਇਹਦਾ ਜੋ ਵੀ ਕਲਪਰੇਸ਼ਨ ਹੈ ਉਹਦਾ ਜਸਟਿਸ ਹੋਏਗਾ। ਹੂਸੋਐਵਰ ਇਜ਼ ਅ ਕਲਪਰੇਟ ਵਿਲ ਨਾਟ ਬੀ ਸਪੇਅਰਡ। ਤੁਸੀਂ ਕਹਿ ਰਹੇ ਹੋ ਲੈਟ ਅਸ ਨਾਟ ਰਸ਼, ਤੁਹਾਨੂੰ ਅਜੇ ਵੀ ਲੱਗ ਰਿਹਾ ਵੀ ਕੋਈ ਇਸ 'ਚ ਜਲਦਬਾਜ਼ੀ ਹੈਗੀ ਹੈ? ਵਲਟੋਆ ਸਾਹਿਬ ਤੁਹਾਨੂੰ ਲੱਗਦਾ ਕਿ ਇਸ 'ਚ ਅਜੇ ਕੋਈ ਜਲਦਬਾਜ਼ੀ ਹੈਗੀ ਹੈ? ਮੈਂ ਕੋਈ ਜਿਹੜਾ ਜੁਡੀਸ਼ਰੀ ਦਾ ਕੋਈ ਐਕਸਪਰਟ ਨਹੀਂ ਹੈ, ਪਰ ਮੈਨੂੰ ਇਹ ਲੱਗਦਾ ਹੈ ਵੀ ਜਿਸ ਦਿਨ ਜਸਟਿਸ ਹੋਏਗਾ ਗੱਲ ਉਦੋਂ ਹੈ ਕਿ ਜਿੱਦਣ ਫਾਈਨਲੀ ਬੰਦੇ ਜਿਹੜੇ ਹੈ ਜਿਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਣਾ ਹੋਏਗਾ ਉਹਨਾਂ ਨੂੰ ਚਾਰਜਸ਼ੀਟ ਕੀਤਾ ਜਾਏ, ਉਦੋਂ ਪਤਾ ਲੱਗੇਗਾ। ਠੀਕ ਹੈ ਵਲਟੋਆ ਸਾਹਿਬ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਨੇ, ਇਹਨਾਂ ਪਿੱਛੇ ਇੱਕ ਸਾਜ਼ਿਸ਼ ਹੈ। ਉਹ ਸਾਜ਼ਿਸ਼ ਸਿੱਖ ਵਿਰੋਧੀ ਸ਼ਕਤੀਆਂ ਉਹ ਸ਼੍ਰੋਮਣੀ ਦਾਇਰੇ ਵਿੱਚ ਖੜਾ ਕਰਨ ਵਾਸਤੇ ਆਪ ਦੇ ਅੰਦਰ ਅਜਿਹੇ ਹਾਲਾਤ ਪੈਦਾ ਕਰਨ ਵਾਸਤੇ ਉਹ ਸਾਜ਼ਿਸ਼ ਹੈ। ਅਰੇ ਸਾਡੇ ਸਮਾਜ ਦੀ ਸਮੇਂ ਪੂਰੀ ਕੋਸ਼ਿਸ਼ ਕੀਤੀ ਕਿ ਉਸ ਸਾਜ਼ਿਸ਼ ਤੱਕ ਪਹੁੰਚਿਆ ਜਾਵੇ ਔਰ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਪਹੁੰਚ ਸਕੇ। ਪਰ ਮੈਨੂੰ ਵਲਟੋਆ ਸਾਹਿਬ ਤੁਹਾਡੀ ਆਵਾਜ਼ ਬਹੁਤ ਖਰਾਬ ਆ ਰਹੀ ਹੈ, ਤੁਸੀਂ ਉਹ ਚੈੱਕ ਕਰ ਲਓ। ਮੈਂ ਉਹਨਾਂ ਦੇ ਕੁਲਤਾਰ ਸੰਧਵਾ ਹੋਣਾ ਦਾ ਕਮੈਂਟ ਲੈਣਾ। ਸੰਧਵਾ ਸਾਹਿਬ, ਰਮਨ ਜੀ ਕਹਿ ਰਹੇ ਨੇ ਕਿ ਅਜੇ ਇੰਨੀ ਜਲਦੀ ਨਹੀਂ ਕਰਨੀ ਚਾਹੀਦੀ ਹੈਗੀ ਹੈ, ਥੋੜਾ ਸਮਾਂ ਲੱਗਦਾ ਹੁੰਦਾ। ਤੁਹਾਨੂੰ ਲੱਗਦਾ ਕਿ 3.5 ਸਾਲ ਐਕਸੈਪਟੇਬਲ ਹੈਗਾ? ਨਹੀਂ, ਗੱਲ ਇਹਨਾਂ ਦੀ ਸਹੀ ਹੈ ਜੀ। ਜੇ 78 ਦਾ ਇਨਸਾਫ ਨਹੀਂ ਮਿਲਿਆ ਸਾਨੂੰ, ਜੇ ਸਾਨੂੰ 84 ਦਾ ਬੜੇ ਸਾਲ ਲੱਗ ਗਏ, ਜੇ ਸਾਨੂੰ 86 ਵਾਲੀ ਬੇਅਦਬੀਆਂ ਦਾ ਬੜੇ ਸਾਲ ਲੱਗੇ, ਫਿਰ ਤਾਂ ਇਹਨਾਂ ਦੇ ਹਿਸਾਬ ਨਾਲ ਕਾਫੀ ਜਲਦੀ ਕਰ ਰਹੇ ਹਾਂ ਅਸੀਂ। ਫਿਰ ਇਹਨਾਂ ਦੇ ਹਿਸਾਬ ਨਾਲ ਅਸੀਂ ਜਲਦੀ ਕਰ ਰਹੇ ਹਾਂ, ਕਿਉਂਕਿ ਸਿੱਖਾਂ ਨੂੰ ਕਦੇ ਇਨਸਾਫ ਇਹਨਾਂ ਨੇ ਦੇਣਾ ਨਹੀਂ ਹੈ। ਜਿਹੜਾ ਵੀ ਆਉਂਦਾ ਅਸੀਂ ਬਿਠਾ ਦਿੰਦੇ ਆ ਇਨਸਾਫ ਲੈਣ ਵਾਸਤੇ ਕੁਰਸੀ ਤੇ। ਪਹਿਲਾਂ ਜਦੋਂ ਪਰ ਮੁੱਖ ਮੰਤਰੀ ਵੀ ਤੇ ਸਿੱਖ ਹੈ ਨਾ, ਇਹਨੂੰ ਸਿਰਫ ਸਿੱਖ ਦਾ ਮਸਲਾ ਮੈਨੂੰ ਲੱਗਦਾ ਨਾ ਬਣਾਇਆ ਚਾਹੇ ਕਿ ਮੁੱਖ ਮੰਤਰੀ ਵੀ ਸਿੱਖ ਨੇ ਪੰਜਾਬ ਦੇ। ਨਹੀਂ ਜੀ, ਨਹੀਂ, ਜਦੋਂ ਉੱਥੇ ਮੁੱਖ ਮੰਤਰੀ ਬਣ ਜਾਂਦੇ ਫਿਰ ਸਿੱਖ ਨਹੀਂ ਰਹਿੰਦੇ। ਮੈਨੂੰ ਤਾਂ ਐਂ ਲੱਗਦਾ ਜਿਆਦਾ ਇਹਨਾਂ ਨੂੰ ਡਰ ਲੱਗਣ ਲੱਗ ਪੈਂਦਾ ਹੁੰਦਾ ਉਹਨਾਂ ਨੂੰ। ਫਿਰ ਇਹ ਜਿਹਨਾਂ ਨੂੰ ਸਿੱਖਾਂ ਨੂੰ ਕਤਲ ਕਰਦੇ ਉਹਨਾਂ ਨੂੰ DGP ਬਣਾਉਂਦੇ ਲਿਆ ਕੇ। ਫਿਰ ਇਹ ਦਰਬਾਰਾ ਸਿੰਘ ਗੁਰੂ ਵਰਗਿਆਂ ਨੂੰ ਇਲੈਕਸ਼ਨ ਲੜਾਉਂਦੇ ਆ, ਇਜ਼ਹਾਰ ਆਲਮ ਵਰਗਿਆਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਲਾਉਂਦੇ, ਜਿਹੜੇ ਨਕੋਦਰ ਕਾਂਡ ਦੇ ਦੋਸ਼ੀ ਆ, ਪ੍ਰੂਵਨ ਦੋਸ਼ੀ ਆ। ਫਿਰ ਇਹ ਜਿਨ੍ਹਾਂ ਨੇ ਸਿੱਖਾਂ ਦੇ ਬੱਚਿਆਂ ਦਾ ਸ਼ਿਕਾਰ ਖੇਡਿਆ ਪੰਜਾਬ ਦੇ ਵਿੱਚ, ਸੁਮੇਧ ਸਿੰਘ ਸੈਣੀ ਵਰਗਿਆਂ ਨੂੰ, ਉਹਨਾਂ ਨੂੰ ਲਿਆ ਕੇ DGP ਲਾਉਂਦੇ ਆ।
ਸੋ ਇਹ ਸਾਰੀ ਆਮ ਆਦਮੀ ਪਾਰਟੀ ਵਿਰੋਧ ਵੀ ਨਹੀਂ ਨਾ ਕਰਦੀ ਇਹਨਾਂ ਚੀਜ਼ਾਂ ਦਾ ਸੰਧਵਾ ਸਾਹਿਬ। ਆਮ ਆਦਮੀ ਪਾਰਟੀ ਫਿਰ ਇਹਨਾਂ ਚੀਜ਼ਾਂ ਦਾ ਵਿਰੋਧ ਵੀ ਨਹੀਂ ਨਾ ਕਰਦੀ। ਸਿਰਫ ਮਸਲਾ ਸਿਰਫ ਚਲੋ ਅਸੀਂ ਵਿਰੋਧ ਕਰਦੇ ਹਾਂ ਜੀ, ਹਰ ਜਗ੍ਹਾ ਹਰ ਫੋਰਮ ਤੇ ਅਸੀਂ ਵਿਰੋਧ ਕਰਦੇ ਹਾਂ ਔਰ ਹਰ ਜਗ੍ਹਾ, ਔਰ ਇਹ ਸਾਡਾ ਫਰਜ਼। ਤੁਸੀਂ ਦੱਸ ਸਕਦੇ ਹੋ ਨਕੋਦਰ ਗੋਲੀकांड ਨੂੰ ਲੈ ਕੇ ਕਿਸ ਸਮੇਂ ਵਿਰੋਧ ਕੀਤਾ ਆਮ ਆਦਮੀ ਪਾਰਟੀ ਨੇ? ਨਕੋਦਰ ਗੋਲੀकांड, ਜਿਹੜੀ ਨਕੋਦਰ ਗੋਲੀकांड ਹੋਇਆ ਆਮ ਆਦਮੀ ਪਾਰਟੀ ਦੀ ਇਨਸੈਪਸ਼ਨ ਤੋਂ ਪਹਿਲਾਂ ਦਾ, ਠੀਕ ਹੈ, ਲੇਕਿਨ ਉਹਦੀ ਰਿਪੋਰਟ ਪੇਸ਼ ਹੋ ਚੁੱਕੀ ਸੀ। ਇਹਨਾਂ ਨੇ ਉੱਥੇ ਖੁਰਦ-ਬੁਰਦ ਕਰਤਾ ਸੀ ਰਲ ਮਿਲ ਕੇ ਵਿਧਾਨ ਸਭਾ ਦੇ ਵਿੱਚ। ਨਾ ਕਾਂਗਰਸੀ ਬੋਲੇ ਨਾ ਅਕਾਲੀ ਬੋਲੇ। ਇਸ ਵਾਰ ਅਸੀਂ ਪੂਰਾ ਜ਼ੋਰ ਲਾਇਆ ਤੇ ਸਾਨੂੰ ਅੱਧੀ ਰਿਪੋਰਟ ਉੱਥੇ ਲੱਭੀ ਹੈ, ਅੱਧੀ ਹਜੇ ਵੀ ਨਹੀਂ ਲੱਭੀ। ਉਹ ਅੱਧੀ ਰਿਪੋਰਟ ਹੀ ਹੈਗੀ ਹੈ। ਉਹ ਜਸਟਿਸ ਗੁਰਨਾਮ ਕਮਿਸ਼ਨ ਦੀ ਰਿਪੋਰਟ ਹੈ, ਉਹ ਅੱਧੀ ਹੈਗੀ ਹੈ। ਬਹੁਤ ਸਾਲਾਂ ਤੋਂ ਅੱਧੀ ਰਿਪੋਰਟ ਹੀ ਹੈਗੀ ਹੈ। ਰਮਨ ਜੀ ਕੁਝ ਕਹਿ ਰਹੇ ਨੇ, ਸਾਡੇ ਕੋਲ ਸਮਾਂ ਥੋੜਾ ਰਹਿ ਗਿਆ। ਰਮਨ ਜੀ ਬੇਸਿਕਲੀ ਗੱਲ ਇਹ ਹੈਗੀ ਹੈ ਕਿ 3.5 ਸਾਲ ਬਹੁਤ ਜ਼ਿਆਦਾ ਸਮਾਂ ਹੈਗਾ ਇਸ ਚੀਜ਼ ਨੂੰ ਲੈ ਕੇ। ਤੁਸੀਂ ਅਗਰ ਜੇਕਰ ਥੱਲੇ ਲੋਕਾਂ ਨਾਲ ਜ਼ਮੀਨ ਤੇ ਗੱਲ ਕਰੋ ਤੇ ਉਸ ਪਰਸੈਪਸ਼ਨ ਨੂੰ ਵੀ ਸਮਝਣ ਦੀ ਸਰਕਾਰ ਕੋਸ਼ਿਸ਼ ਕਰੇ ਤੇ ਉਹ ਸਮਾਂ ਹੈਗਾ ਜ਼ਿਆਦਾ। ਮੇਰਾ ਖਿਆਲ ਜਿਹੜੇ ਉਹਦੇ ਚ ਕਨਵਿਕਟਡ ਲੋਕ ਸੀਗੇ, ਜਿਹੜੇ ਇਨਵੋਲਵਡ ਸੀ, ਉਹਨਾਂ ਨੂੰ ਚਾਰਜ ਸ਼ੀਟ ਕਰਕੇ ਉਹਨਾਂ ਤੇ ਕਾਰਵਾਈ ਹੋ ਰਹੀ ਹੈ। ਤੁਹਾਡਾ ਮੇਨ ਮਕਸਦ ਇਹ ਹੈ ਕਿ ਉਸ ਟਾਈਮ ਦਾ ਜਿਹੜਾ ਸਰਮੌਰ ਸੀਗੇ ਉਹ ਪੋਲੀਟੀਕਲ ਬੰਦਿਆਂ ਨੂੰ ਹੱਥ ਕਦੋਂ ਪਏਗਾ, ਉਹਦੇ ਲਈ ਜਿਹੜਾ ਵਾ ਜੋ ਰਿਕੁਆਇਰਡ ਪ੍ਰੂਫ ਹੈਗੇ ਆ, ਮੇਰਾ ਖਿਆਲ ਕੋਰੈਬੋਰੇਟ ਹੋਏ ਹੈਗੇ ਆ, ਉਹ ਚੀਜ਼ਾਂ ਆ ਜਾਣਗੀਆਂ। ਕਿ ਮੈਂ ਇੱਕ ਵੀ ਫਿਰ ਵੀ ਸਿੰਧਵਾ ਸਾਹਿਬ ਨੇ ਹੁਣੇ ਮੈਨੂੰ ਕਹਿ ਦਿੱਤਾ ਕਿ ਅਸੀਂ ਤਾਂ ਇੱਕ ਕਨਸੈਪਸ਼ਨ ਚ ਨਹੀਂ ਆਏ ਸੀਗੇ। ਕਨਕਲੂਡ ਕਰ ਦਿਓ ਰਮਨ ਜੀ, ਕਨਕਲੂਡ ਕਰ ਦਿਓ। ਸਰਕਾਰ ਨਹੀਂ ਆਈ ਸੀਗੀ। ਮੈਨੂੰ ਇਹ ਦੱਸੋ ਕਿ ਮਜੀਠੀਆ ਸਾਹਿਬ ਤੋਂ ਮਾਫੀ ਆ ਰਹੇ ਬਲਟੋਆ ਸਾਹਿਬ ਸੀ ਨਾ, ਮਜੀਠੀਆ ਸਾਹਿਬ ਤੋਂ ਜਦੋਂ ਤੁਹਾਡੇ ਜਿਹੜੇ ਕੇਜਰੀਵਾਲ ਸਾਹਿਬ ਨੇ ਮਾਫੀ ਮੰਗੀ ਸੀ, ਉਦੋਂ ਤਾਂ ਤੁਸੀਂ ਸੀਗੇ। ਉਦੋਂ ਤਾਂ ਇਹ ਨਹੀਂ ਨਾ ਵੀ ਤੁਸੀਂ ਕੋਈ ਸਰਕਾਰਾਂ ਦੀ ਗੱਲ, ਤੁਸੀਂ ਦੇਖੋ ਤੁਹਾਡੀ, ਮੈਂ ਐਕਚੁਅਲੀ ਗੱਲ ਦੱਸਾਂ ਕਿ ਤੁਹਾਨੂੰ ਲੱਗਦਾ ਪਿਆ ਵਾ ਕਿ ਤੁਸੀਂ ਇੱਕ ਪੋਲੀਟੀਕਲ ਕੋਈ ਜਮਾਤ ਹੈਗੇ ਹੋ। ਇਨਫੈਕਟ ਖਿਸਕ ਚੁੱਕਿਆ ਵਾ, ਕੋਈ ਗੱਲਬਾਤ ਨਹੀਂ ਹੈ ਤੁਹਾਡੀ ਸਾਹਿਬ ਇਸ ਪੰਜਾਬ ਦੇ ਵਿੱਚ। ਤੁਹਾਨੂੰ ਐਵੇਂ ਲੱਗਦਾ ਪਿਆ ਵਾ ਕਿ ਤੁਹਾਡੀ ਗੱਲਾਂ ਸੁਣੀ ਜਾ ਰਹੀਆਂ ਕਿਉਂਕਿ ਉਹ ਅੱਜ ਤੁਸੀਂ ਹੁਣ 5 ਸਾਲਾਂ ਦੀ ਮਜਬੂਰਨ। ਠੀਕ ਹੈ ਰਮਨ ਜੀ, ਠੀਕ ਹੈ, ਤੁਹਾਡੇ ਪੁਆਇੰਟ ਆ ਗਿਆ। ਬਲਟੋਆ ਸਾਹਿਬ ਠੀਕ ਹੈ ਬਲਟੋਆ ਸਾਹਿਬ। ਰਮਨ ਜੀ ਠੀਕ ਹੈ, ਓਕੇ ਤੁਹਾਡਾ ਪੁਆਇੰਟ ਆ ਗਿਆ। ਸਾਡੇ ਕੋਲ ਸਮਾਂ ਖਤਮ ਹੋ ਗਿਆ। ਰਮਨ ਜੀ ਪਲੀਜ਼। ਹਾਂਜੀ ਬਲਟੋਆ ਸਾਹਿਬ। ਬਲਟੋਆ ਸਾਹਿਬ ਦਾ ਮੇਰੇ ਖਿਆਲ ਲਾਈਨ ਕੱਟ ਗਈ ਹੈ। ਆਪਣਾ ਸੰਧਵਾ ਸਾਹਿਬ ਤੁਸੀਂ ਫਾਈਨਲ ਕਮੈਂਟ ਕਨਕਲੂਡ ਕਰ ਦਿਓ। ਮੈਂ ਤਾਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਨਾ ਤਾਂ ਜੀ ਜਿਹੜੇ ਕਨਵਿਕਟਡ ਲੋਕ ਸੀ ਜਿਨ੍ਹਾਂ ਨੇ ਬੱਚਿਆਂ ਨੂੰ ਮਾਰਿਆ ਉਹਨਾਂ ਦੀ ਸਜ਼ਾਵਾਂ ਮਾਫ ਕੀਤੀਆਂ, ਮਾਫੀ ਦੇਣ ਨਾਲ, ਤੇ ਨਾ ਹੀ ਸਾਡੇ ਕੋਲ ਪੁਲਿਸ ਸੀ ਜਿਹੜਾ ਅਸੀਂ ਚਿੱਟੇ ਦਾ ਉਹ ਜਿਹੜਾ ਸੱਤੇ ਤੇ ਪਿੰਡੀ ਦਾ ਜਿਹੜਾ ਕਨੈਕਸ਼ਨ ਸੀ ਮਜੀਠੀਆ ਸਾਹਿਬ ਨਾਲ, ਉਹ ਸੀ ਸਟੈਬਲਿਸ਼ ਕਰ ਸਕਦੇ। ਜਦੋਂ ਸਾਨੂੰ ਲੋਕਾਂ ਨੇ 2022 ਤੋਂ ਬਾਅਦ ਇਸ ਤਰ੍ਹਾਂ ਦਾ ਮੌਕਾ ਦਿੱਤਾ, ਜਿਹੜੇ ਵੀ ਬੰਦੇ ਇਹਦੇ ਵਿੱਚ ਸ਼ਾਮਲ ਹੋਏ, ਹਰ ਤਰ੍ਹਾਂ ਦੀ ਜਿਹੜੀ ਪੰਜਾਬ ਦੀ ਲੁੱਟ ਹੋ ਰਹੀ ਹੈ ਜਾਂ ਪੰਜਾਬ ਦੀ ਨੌਜਵਾਨੀ ਦੀ ਲੁੱਟ ਹੋ ਰਹੀ ਹੈ, ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਅਸੀਂ ਸਾਰਿਆਂ ਨੂੰ, ਸਾਡੀ ਪ੍ਰਾਇੋਰਟੀ ਹੋਏਗੀ ਕਿ ਅਸੀਂ ਉਹਨਾਂ ਨੂੰ ਛੇਤੀ ਤੋਂ ਛੇਤੀ ਅਸੀਂ ਠੀਕ ਕਰਕੇ ਇਨਸਾਫ ਦੇਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਬਲਟੋਆ ਸਾਹਿਬ ਫਾਈਨਲ ਕਮੈਂਟ ਕਨਕਲੂਡ ਕਰ ਦਿਓ ਪਲੀਜ਼। ਕਮਲ, ਇੱਥੇ ਗੱਲ ਕੀਤੀ ਗਈ ਕਿ ਸਿੱਖਾਂ ਦੇ ਕਾਤਲਾਂ ਨੂੰ ਡੀਜੀਪੀ ਲਾਇਆ ਗਿਆ। ਮੈਂ ਆਪਣੇ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਹਿੰਦਾ ਕਿ ਸਾਡੇ ਕੋਲ ਗੁਨਾਹ ਹੋਇਆ ਕਿ ਅਸੀਂ ਸੁਮੇਲ ਸੈਣੀ ਨੂੰ ਡੀਜੀਪੀ ਲਾਇਆ। ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ, ਜਿਸ ਗਲਤੀ ਦਾ ਸਾਨੂੰ ਖਮਿਆਜਾ ਵੀ ਭੁਗਤਣਾ ਪਿਆ। ਪਰ ਮੈਨੂੰ ਕੁਲਤਾਰ ਸੰਧਵਾ ਜੀ ਦੱਸ ਦੇਣ, ਜਦੋਂ ਸਿੱਖਾਂ ਦੇ ਸਭ ਤੋਂ ਵੱਡੇ ਕਾਤਲ ਪੁਲਿਸ ਆਫੀਸਰ KPS ਗਿੱਲ, ਜਦੋਂ ਉਹਨੂੰ ਪੰਜਾਬ ਦੀ ਵਿਧਾਨ ਸਭਾ ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ, ਉਹਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹੈ, ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧ ਕਰਦਾ ਹੈ, ਬਾਈਕਾਟ ਕਰਦਾ ਹੈ, ਨਾਅਰੇ ਮਾਰਦਾ, ਵਿਧਾਨ ਸਭਾ ਦੇ ਬਾਹਰ ਆਉਂਦਾ ਹੈ ਕਿ KPS ਗਿੱਲ ਦਾ ਨਾਮ ਇਸ ਸ਼ਰਧਾਂਜਲੀ ਲਿਸਟ ਵਿੱਚੋਂ ਕੱਢਿਆ ਜਾਵੇ। ਔਰ ਕਿਉਂਕਿ ਇਹ ਸਿੱਖ ਨੌਜਵਾਨਾਂ ਦਾ ਕਾਤਲ ਹੈ, ਤੇ ਉੱਥੇ ਕਾਂਗਰਸ ਪਾਰਟੀ ਤੇ ਜਿਹੜੀ ਆਮ ਆਦਮੀ ਪਾਰਟੀ ਹੈ, ਫੂਲਕਾ ਸਾਹਿਬ ਹੋਏ, ਖਹਿਰਾ ਸਾਹਿਬ ਹੋਏ, ਇਹ ਸੰਧਵਾ ਹੋਰੀ ਹੋਏ, ਇਹ ਔਨ ਰਿਕਾਰਡ ਹੈ, ਰਿਪੋਰਟਿੰਗ ਹੈ। ਮੈਂ ਉੱਥੇ ਸੀਗਾ ਔਰ ਇਹਨਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮੈਂ ਸੰਧਵਾ ਸਾਹਿਬ ਆ ਰਿਹਾ, ਸੰਧਵਾ ਸਾਹਿਬ ਮੈਂ ਲੈ ਰਿਹਾ ਤੁਹਾਡੇ ਕੋਲ ਜਵਾਬ, ਸੰਧਵਾ ਸਾਹਿਬ ਲੈ ਰਿਹਾ, ਮੈਂ ਜਵਾਬ ਲੈ ਰਿਹਾ। ਇਸ ਕਰਕੇ ਜਿਹੜੀ ਦੂਸਰੀ ਗੱਲ ਹੈ ਜਿਹਨੂੰ ਇਹ ਬਹੁਤ ਵੱਡਾ ਇਨਕਲਾਬੀ ਦੇ ਤੌਰ ਤੇ ਪੇਸ਼ ਕਰਦੇ ਆ ਕਿ ਕੇਜਰੀਵਾਲ ਪਤਾ ਨਹੀਂ ਯੁੱਗ ਪਰਿਵਰਤਨ ਕਰਨ ਵਾਸਤੇ ਆ ਗਿਆ। ਜਿਹੜੀ ਉਹਨੇ ਮਜੀਠੀਆ ਸਾਹਿਬ ਕੋਲ ਕਮਲ ਜੀ ਮਾਫੀ ਮੰਗੀ ਹੈ, ਸਭ ਤੋਂ ਪਹਿਲਾਂ ਮੈਨੂੰ ਕੰਟੈਕਟ ਕੀਤਾ ਇਹਨਾਂ ਦੀ ਆਮ ਆਦਮੀ ਜਿਹੜੀ ਲੀਡਰਸ਼ਿਪ ਆ ਦਿੱਲੀ ਦੀ, ਕਿ ਸਾਡਾ ਮਜੀਠੀਆ ਸਾਹਿਬ ਨਾਲ ਸਮਝੌਤਾ ਕਰਵਾ ਦਿਓ, ਸਾਡਾ ਨਿਬੇੜ ਦਿਓ। ਔਰ ਤਰਲੇ ਮਾਰ ਕੇ ਜੋ ਲਫ਼ਜ਼ ਕਿਹਾ, ਜਿਸ ਤਰ੍ਹਾਂ ਕਿਹਾ,
ਥੁੱਕ ਕੇ ਚੱਟਿਆ ਕਿ ਮੇਰੇ ਕੋਲੋਂ ਗੁਨਾਹ ਹੋਇਆ, ਮੇਰੇ ਕੋਲੋਂ ਗਲਤੀ ਹੋਈ ਹੈ, ਕਿ ਮੈਂ ਝੂਠੇ ਰਾਜਨੀਤਿਕ ਐਲੀਗੇਸ਼ਨ ਲਗਾ ਰਿਹਾ, ਰਾਜਨੀਤਿਕ ਫਾਇਦਾ ਲੈਣ ਲਈ। ਇਹ ਇਹਨਾਂ ਦਾ ਜਿਹੜਾ ਕਨਵੀਨਰ ਹੈ, ਜਿਹਨੂੰ ਇਨਕਲਾਬੀ ਕਹਿੰਦੇ ਹੈ, ਉਹਨੇ ਥੁੱਕ ਕੇ ਚੱਟਿਆ, ਮਾਫੀ ਮੰਗੀ, ਤਰਲੇ ਮਾਰ ਕੇ ਮੰਗੀ। ਔਰ ਮੈਂ ਉਹ ਸਾਰੇ ਪ੍ਰੋਸੈਸ ਦੇ ਵਿੱਚ ਸੀਗਾ। ਉਹਨੇ ਇੱਥੋਂ ਤੱਕ ਵੀ ਕਿਹਾ ਕਿ ਸਾਡਾ ਬੇੜਾ ਗਰਕ ਜਿਹੜਾ ਸਾਡਾ ਕਰਵਾਇਆ, ਜਿਹੜਾ ਸਾਨੂੰ ਇਸ ਪਾਸੇ ਲਾਇਆ ਸੀ, ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਸਾਡੇ ਕੋਲੋਂ, ਉਹਨਾਂ ਨੇ ਇਹ ਗੁਨਾਹ ਕਰਾਇਆ ਹੈ। ਉਹ ਇੱਥੋਂ ਤੱਕ ਮੈਨੂੰ ਕਹਿ ਕੇ ਗਏ। ਇਸ ਕਰਕੇ ਜਿਹੜੀ ਗੱਲਾਂ ਨੇ ਇਹ ਇਹਨਾਂ ਵੀਰਾਂ ਨੂੰ ਮੇਰੀ ਬੇਨਤੀ ਹੈ, ਸਿਆਸਤ ਕਰੋ, ਪੰਜਾਬ ਦੇ ਭਲੇ ਵਾਸਤੇ ਕਰੋ। ਜਿਸ ਤਰ੍ਹਾਂ ਦੀ ਸਿਆਸਤ ਤੁਸੀਂ ਸ਼ੁਰੂ ਕੀਤੀ ਹੈ, ਇਹ ਨਾ ਤੁਹਾਡੇ ਭਲੇ ਵਾਸਤੇ ਹੈ ਤੇ ਨਾ ਪੰਜਾਬ ਦੇ ਭਲੇ ਵਾਸਤੇ ਹੈ। ठीक है ਸਾਡੇ ਕੋਲ ਸਮਾਂ ਖਤਮ ਹੋ ਗਿਆ। ਸੰਧਵਾ ਸਾਹਿਬ ਮੈਂ ਮਾਫੀ ਚਾਹਨਾ, ਸਾਡੇ ਕੋਲ ਸਮਾਂ ਖਤਮ ਹੋ ਗਿਆ। ਮੈਂ ਕੇਪੀਐਸ ਗਿੱਲ ਦੀ ਗੱਲ ਕਰਨੀ ਚਾਹੁੰਦਾ। ਮੈਂ ਉੱਠ ਕੇ ਉਸ ਦਿਨ ਕਿਹਾ ਸੀ, ਮੈਂ ਕਹਿੰਦਾ ਸ਼ਾਮਲ ਕਰੋ ਕਿ ਉਹ ਕਨਵਿਕਟਡ ਕਾਪ ਹੈ। ਉਹਨੇ ਇੱਕ ਔਰਤ ਦਾ ਇੱਜ਼ਤ ਹਨਨ ਕੀਤੀ ਸੀ, ਉਹਨੂੰ ਸਜ਼ਾ ਹੋਈ ਸੀ। ਮੈਂ ਉੱਠ ਕੇ ਖੜਾ ਹੋ ਕੇ ਇਹ ਗੱਲ ਕਹੀ ਸੀ। ਤੇ ਇਹ ਗੱਲਾਂ ਇਹ ਸਿਲੈਕਟਡ ਗੱਲਾਂ ਕਰਦੇ ਰਹੇ। ਝੂਠ ਮਾਰਨਾ ਠੀਕ ਸਾਡੇ ਕੋਲ ਸਮਾਂ ਖਤਮ ਹੋ ਗਿਆ ਸਾਡੇ ਕੋਲ। ਹਾਂ ਵਲਟੋਆ ਸਾਹਿਬ ਬਹੁਤ ਧੰਨਵਾਦ। ਰਮਨ ਜੀ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਗੱਲਬਾਤ ਕਰਨ ਦੇ ਲਈ। ਸੰਧਵਾ ਸਾਹਿਬ ਬਹੁਤ ਧੰਨਵਾਦ। ਸਾਡੇ ਕੋਲ ਸਮਾਂ ਖਤਮ ਹੋ ਗਿਆ, ਬਹੁਤ ਧੰਨਵਾਦ। ਇੰਤਜ਼ਾਰ ਜ਼ਰੂਰ ਹੈਗਾ ਪੰਜਾਬ ਦੇ ਲੋਕਾਂ ਨੂੰ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਵੀ ਇਨਸਾਫ ਕਦੋਂ ਮਿਲੇਗਾ। ਇੰਤਜ਼ਾਰ ਕਰ ਰਹੇ ਨੇ ਲੋਕ, ਉਮੀਦ ਹੈਗੀ ਹੈ ਸਰਕਾਰ ਤੋਂ। ਤੇ ਹਾਲਾਂਕਿ ਹੁਣ ਇਹ ਦੇਖਣਾ ਰਹੇਗਾ ਕਿ ਸਮਾਂ ਕਿੰਨਾ ਇਸ ਨੂੰ ਹੋਰ ਲੱਗ ਸਕਦਾ, ਜਾਂ ਸਿਰਫ ਇਹ ਵੀ 84 ਦੀ ਤਰ੍ਹਾਂ ਬੇਅਦਬੀਆਂ ਦਾ ਮੁੱਦਾ ਹੀ ਸਿਰਫ ਸਿਆਸਤ ਦੇ ਲਈ ਜਾਂ ਪੋਲਰਾਈਜੇਸ਼ਨ ਦੇ ਲਈ ਇਸਤੇਮਾਲ ਹੋਵੇਗਾ। ਧੰਨਵਾਦ।